ਸਿਹਤ ਮੰਤਰੀ ਦੇ ਐਕਸ਼ਨ ਦੇ ਵਿਰੋਧ ਦੇ ਵਿੱਚ ਜ਼ਬਰਦਸਤ ਰਿਐਕਸ਼ਨ। ਬਾਬਾ ਫਰੀਦ ਯੂਨੀਵਰਸਿਟੀ ਦੇ ਵੀਸੀ ਡਾਕਟਰ ਰਾਜ ਬਹਾਦੁਰ ਨੇ ਦਿੱਤਾ ਅਸਤੀਫਾ। ਮੈਡੀਕਲ ਐਸੋਸੀਏਸ਼ਨ ਵੀ ਹੱਕ ਦੇ ਵਿੱਚ ਨਿਕਲੀ। ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਵੀ ਜਤਾਇਆ ਕੜਾ ਵਿਰੋਧ। ਵੀਸੀ ਦੇ ਅਸਤੀਫੇ ਤੋਂ ਬਾਅਦ ਗਰਮਾਈ ਪੰਜਾਬੀ ਸਿਆਸਤ। ਵਿਰੋਧੀਆਂ ਨੇ ਸਿਹਤ ਮੰਤਰੀ ਤਾਂ ਮੰਗਿਆ ਅਸਤੀਫਾ। ਆਪ ਦਾ ਪਲਟਵਾਰ ਵਿਰੋਧੀ ਬੇਵਜ੍ਹਾ ਬਣਾ ਰਹੇ ਸਿਆਸੀ ਮੁੱਦਾ। ਸਿਹਤ ਮੰਤਰੀ ਦੀ ਨੀਅਤ ਦੇ ਵਿੱਚ ਨਹੀਂ ਕੋਈ ਖੋਟ। ਚੰਡੀਗੜ੍ਹ ਦੌਰੇ ਤੇ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਥੋੜੀ ਦੇਰ ਦੇ ਵਿੱਚ ਡਰੱਗ ਤਸਕਰੀ ਤੇ ਕੌਮੀ ਸੁਰੱਖਿਆ ਕਾਨਫਰੰਸ ਨੂੰ ਕਰਨਗੇ ਸੰਬੋਧਿਤ। ਕਾਨਫਰੰਸ ਦੇ ਦੌਰਾਨ ਦੇਸ਼ ਭਰ ਦੇ ਵਿੱਚ 30,000 ਕਿਲੋ ਨਸ਼ਾ ਕੀਤਾ ਜਾਵੇਗਾ ਨਸ਼ਟ। ਸਰਹੱਦ ਤੇ ਮੁੜ ਦਿਖੀ ਡਰੋਨ ਦੀ ਹਲਚਲ। ਤਰਨਤਾਰਨ ਦੇ ਵਿੱਚ ਖੇਮਕਰਨ ਸੈਕਟਰ ਦੇ ਵਿੱਚ ਦਿਖਿਆ ਡਰੋਨ। BSF ਦੀ ਫਾਇਰਿੰਗ ਤੋਂ ਬਾਅਦ ਪਰਤਿਆ ਵਾਪਸ ਇਲਾਕੇ ਦੇ ਵਿੱਚ ਚਲਾਇਆ ਸਰਚ ਆਪਰੇਸ਼ਨ। ਬਟਾਲਾ ਦੇ ਪਿੰਡ ਕੋਟ ਮਜਲਿਸ ਦੇ ਵਿੱਚ ਫਾਇਰਿੰਗ। 2 ਸਕੇ ਭਰਾ ਹੋਏ ਜ਼ਖਮੀ। ਮੋਟਰਸਾਈਕਲ ਰੇੜੇ ਦੇ ਨਾਲ ਰਸਤਾ ਰੁਕੇ ਹੋਣ ਤੇ ਹੋਈ ਟਕਰਾਅ। ਲੁਧਿਆਣਾ ਦੇ ਵਿੱਚ ਇੱਕ ਨਿੱਜੀ ਬੈਂਕ ਦੇ ਸੁਰੱਖਿਆ ਗਾਰਡ ਨੇ ਚੁੱਕਿਆ ਖੌਫਨਾਕ ਕਦਮ। ਬੈਂਕ ਦੇ ਵਿੱਚ ਹੀ ਆਪਣੀ ਬੰਦੂਕ ਦੇ ਨਾਲ ਖੁਦ ਨੂੰ ਮਾਰੀ ਗੋਲੀ। ਮੌਕੇ ਤੇ ਹੋਈ ਮੌਤ। ਪੰਜਾਬ ਦੇ ਵਿੱਚ ਨਹੀਂ ਥੰਮ ਰਿਹਾ ਨਸ਼ੇ ਦਾ ਕਹਿਰ। ਗੁਰਦਾਸਪੁਰ ਦੇ ਵਿੱਚ 22 ਸਾਲਾ ਨੌਜਵਾਨ ਦੀ ਓਵਰਡੋਜ਼ ਦੇ ਨਾਲ ਮੌਤ। ਖੇਤਾਂ ਦੇ ਵਿੱਚ ਟਿਊਬਵੈਲ ਦੇ ਨੇੜੇ ਮਿਲੀ ਲਾਸ਼। ਪਟਿਆਲਾ ਦੇ ਵਿੱਚ ਪਾਣੀ ਦੀ ਟੈਂਕੀ ਤੇ ਚੜਿਆ ਸ਼ਖਸ ਪੈਟਰੋਲ ਦੀ ਬੋਤਲ ਵੀ ਲੈ ਕੇ ਗਿਆ ਨਾਲ। ਪੁਲਿਸ ਤੇ ਸੁਣਵਾਈ ਨਾ ਕਰਨ ਦਾ ਲਗਾਇਆ ਇਲਜ਼ਾਮ। ਭਾਰੀ ਮੀਂਹ ਨੇ ਪੰਜਾਬ ਨੂੰ ਕੀਤਾ ਜਲਥਲ। ਕਈ ਇਲਾਕਿਆਂ ਦੇ ਵਿੱਚ ਭਰਿਆ ਪਾਣੀ। ਲੋਕ ਹੋ ਰਹੇ ਪਰੇਸ਼ਾਨ। ਲੁਧਿਆਣਾ ਦੇ ਵਿੱਚ ਮੀਂਹ ਦੇ ਕਾਰਨ ਸਵਾਰ ਰੋਡ ਤੇ ਧੱਸੀ ਸੜਕ। ਕਰੀਬ 15 ਫੁੱਟ ਦਾ ਪਿਆ ਟੋਆ। ਇੱਕ ਪਾਸੇ ਦਾ ਰਾਹ ਬੰਦ ਹੋਣ ਤੇ ਲੋਕ ਪਰੇਸ਼ਾਨ। ਸਤਿ ਸ਼੍ਰੀ ਅਕਾਲ। ਇਸ ਸਮੇਂ ਦੇ ਬੁਲੇਟਿਨ 'ਚ ਸਵਾਗਤ ਹੈ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਤਾਂ ਐਕਸ਼ਨ ਤੇ ਰਿਐਕਸ਼ਨ ਹੁਣ ਨਜ਼ਰ ਆ ਰਿਹਾ ਹੈ। ਵੀਸੀ ਦੇ ਅਸਤੀਫੇ ਤੇ ਆਮ ਆਦਮੀ ਪਾਰਟੀ ਦਾ ਬਿਆਨ ਸਾਹਮਣੇ ਆਇਆ। ਮੁੱਖ ਮੰਤਰੀ ਨੇ ਮਾਮਲੇ ਦਾ ਨੋਟਿਸ ਲਿਆ। ਇਹ ਬਿਆਨ ਉਹਨਾਂ ਨੇ ਦਿੱਤਾ ਔਰ ਸੀਐਮ ਨੇ ਮੰਤਰੀਆਂ ਤੇ ਵਿਧਾਇਕਾਂ ਨੂੰ ਅਗਾਹ ਵੀ ਕੀਤਾ। ਵੀਸੀ ਨੂੰ ਅਸਤੀਫਾ ਨਹੀਂ ਦੇਣਾ ਚਾਹੀਦਾ ਸੀ। ਇਹ ਵੀ ਆਮ ਆਦਮੀ ਪਾਰਟੀ ਕਹਿੰਦੀ ਹੋਈ ਨਜ਼ਰ ਆ ਰਹੀ ਹੈ। ਅਸਤੀਫਾ ਦੇਣ ਤੋਂ ਪਹਿਲਾਂ ਸੀਐਮ ਦੇ ਨਾਲ ਗੱਲ ਕਰਨੀ ਚਾਹੀਦੀ ਸੀ। ਵਿਰੋਧੀ ਬੇਵਜ੍ਹਾ ਸਿਆਸੀ ਮੁੱਦਾ ਬਣਾ ਰਹੇ ਨੇ, ਇਹ ਵੀ ਉਹਨਾਂ ਦਾ ਕਹਿਣਾ। ਔਰ ਪੁਰਾਣੀਆਂ ਖਾਸ ਤੌਰ ਤੇ ਸਰਕਾਰਾਂ ਦਾ ਜ਼ਿਕਰ ਉਹਨਾਂ ਨੇ ਕੀਤਾ ਕਿ ਸਿਹਤ ਸੇਵਾਵਾਂ ਤੇ ਉਹਨਾਂ ਨੇ ਧਿਆਨ ਨਹੀਂ ਦਿੱਤਾ, ਜਿਸ ਤੋਂ ਬਾਅਦ ਇਹ ਨੌਬਤ ਆਈ ਹੈ ਜਾਂ ਫਿਰ ਇਸ ਤਰ੍ਹਾਂ ਦਾ ਵਤੀਰਾ ਹੁਣ ਹੋਇਆ ਹੈ। ਹਾਲਾਂਕਿ ਇਹ ਵੀ ਜ਼ਿਕਰ ਕੀਤਾ ਗਿਆ ਕਿ ਸੀਐਮ ਦੇ ਵੱਲੋਂ ਇਸ ਸਾਰੇ ਮਾਮਲੇ ਦਾ ਨੋਟਿਸ ਲਿਆ ਗਿਆ ਹੈ। ਦੱਸੀਏ ਕਿ ਸਾਰਾ ਮਾਮਲਾ ਬੀਤੇ ਦਿਨ ਦਾ, ਜਦੋਂ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਹਸਪਤਾਲ ਦੇ ਵਿੱਚ ਜਾਂਦੇ ਨੇ ਸਿਹਤ ਮੰਤਰੀ, ਔਰ ਉਸ ਮੌਕੇ ਤੇ ਜਦੋਂ ਬਾਕੀ ਹੋਰ ਸਾਰੇ ਅਫਸਰ ਮੌਜੂਦ ਹੁੰਦੇ ਨੇ, ਟੀਮ ਮੌਜੂਦ ਹੁੰਦੀ ਹੈ, ਤਾਂ ਹਸਪਤਾਲ ਦੇ ਦੌਰੇ ਦੇ ਦੌਰਾਨ ਵੀਸੀ ਵੀ ਮੌਜੂਦ ਹੁੰਦੇ ਨੇ। ਔਰ ਵੀਸੀ ਦੇ ਨਾਲ ਜਿਸ ਤਰ੍ਹਾਂ ਦੇ ਨਾਲ ਉੱਥੇ ਸਥਿਤੀ ਬਣੀ ਹੈ ਜਾਂ ਕਹਿ ਲਈਏ ਉਹਨਾਂ ਨੂੰ ਉਸ ਬੈੱਡ ਤੇ ਪੈਣ ਨੂੰ ਮਜਬੂਰ ਕੀਤਾ, ਉਸ ਤੋਂ ਬਾਅਦ ਲਗਾਤਾਰ ਇਹ ਮਸਲਾ ਪੱਕਦਾ ਜਾ ਰਿਹਾ। ਤਾਂ ਹੁਣ ਮਾਮਲੇ ਤੇ ਆਮ ਆਦਮੀ ਪਾਰਟੀ ਦਾ ਬਿਆਨ ਸਾਹਮਣੇ ਆਇਆ ਕਿ ਮੁੱਖ ਮੰਤਰੀ ਨੇ ਮਾਮਲੇ ਦਾ ਨੋਟਿਸ ਲੈ ਲਿਆ ਔਰ ਸੀਐਮ ਨੇ ਮੰਤਰੀਆਂ ਨੂੰ ਔਰ ਵਿਧਾਇਕਾਂ ਨੂੰ ਆਗਾਹ ਕੀਤਾ। ਵੀਸੀ ਨੂੰ ਅਸਤੀਫਾ ਨਹੀਂ ਦੇਣਾ ਚਾਹੀਦਾ ਸੀ, ਇਹ ਵੀ ਆਮ ਆਦਮੀ ਪਾਰਟੀ ਦਾ ਕਹਿਣਾ। ਅਸਤੀਫਾ ਦੇਣ ਤੋਂ ਪਹਿਲਾਂ ਸੀਐਮ ਦੇ ਨਾਲ ਗੱਲ ਕਰਨੀ ਚਾਹੀਦੀ ਸੀ। ਔਰ ਵਿਰੋਧੀਆਂ ਦਾ ਜ਼ਿਕਰ ਉਹਨਾਂ ਨੇ ਕੀਤਾ ਕਿ ਸਿਆਸੀ ਮੁੱਦਾ ਬੇਵਜ੍ਹਾ ਬਣਾਇਆ ਜਾ ਰਿਹਾ। ਇਹ ਵੀ ਜ਼ਿਕਰ ਹੋ ਗਿਆ ਕਿ ਪਿਛਲੇ ਕੁਝ ਦਿਨ ਪਹਿਲਾਂ ਸ਼ੀਤਲ ਅੰਗੁਰਾਲ ਜੋ ਵਿਧਾਇਕ ਨੇ ਜਲੰਧਰ ਦੇ, ਤਾਂ ਉੱਥੇ ਮਾਮਲਾ ਇੱਕ ਸਾਹਮਣੇ ਆਇਆ ਸੀ, ਜਿੱਥੇ ਕਿ ਡੀਸੀ ਦਫ਼ਤਰ ਦੇ ਵਿੱਚ ਜਾ ਕੇ ਜਿਸ ਤਰ੍ਹਾਂ ਦੇ ਨਾਲ ਤਸਵੀਰ ਨਜ਼ਰ ਆਈ ਔਰ ਏਡੀਸੀ ਦੇ ਵੱਲੋਂ ਵੀ ਕਿਹਾ ਗਿਆ ਸੀ ਕਿ ਜੇਕਰ ਭ੍ਰਿਸ਼ਟਾਚਾਰੀ ਹੈ ਤਾਂ ਗੋਲੀ ਮਾਰ ਦਿਓ। ਔਰ ਉੱਥੇ ਵੀ ਵਿਰੋਧ ਨਜ਼ਰ ਆਇਆ ਸੀ ਕਿ ਇਸ ਤਰ੍ਹਾਂ ਦੇ ਨਾਲ ਇਹ ਬਿਹੇਵ ਕੀਤਾ ਜਾ ਰਿਹਾ, ਇਹ ਗਲਤ ਰਵੱਈਆ ਹੈ। ਇਸ ਤਰ੍ਹਾਂ ਦੇ ਨਾਲ ਕਰਨੀ ਕਾਰਵਾਈ, ਮੌਕੇ ਤੇ ਆ ਕੇ ਵਤੀਰਾ ਕਰਨਾ ਗਲਤ ਹੈ। ਤਾਂ ਹੁਣ ਇਹ ਮਾਮਲਾ ਸਾਹਮਣੇ ਆਇਆ ਔਰ ਇੱਥੇ ਮਾਮਲਾ ਕਾਫੀ ਪੱਕਦਾ ਹੋਇਆ ਨਜ਼ਰ ਆ ਰਿਹਾ, ਕਿਉਂਕਿ ਵਿਰੋਧੀ ਵੀ ਜਿਹੜੇ ਨੇ ਉਹ ਸਵਾਲ ਚੁੱਕਦੇ ਨਜ਼ਰ ਆ ਰਹੇ ਨੇ। ਵੀਸੀ ਦਾ ਅਸਤੀਫਾ ਔਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਬਿਆਨ ਸਾਹਮਣੇ ਆਇਆ।
तो इस सारे मामले ਨੂੰ ਲੈ ਕੇ ਖਾਸ ਤੌਰ ਤੇ ਕਹਿ ਸਕਦੇ ਹਾਂ ਕਿ ਇਸ ਵੇਲੇ ਮੁੱਦਾ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਔਰ ਜਿਸ ਤਰ੍ਹਾਂ ਦੇ ਨਾਲ ਇਹ ਤਸਵੀਰ ਹੈ ਜਿਸ ਤਰ੍ਹਾਂ ਦੇ ਨਾਲ ਇਹ ਤਸਵੀਰ ਸਾਹਮਣੇ ਆਈ ਔਰ ਕਿਉਂਕਿ ਹਸਪਤਾਲ ਦੇ ਵਿੱਚ ਜਦੋਂ ਜਾਂਦੇ ਨੇ ਤਾਂ ਗੰਦੇ ਜਿਹੜੇ ਗੱਦੇ ਉੱਥੇ ਨਜ਼ਰ ਆਉਂਦੇ ਨੇ ਹਾਲਾਂਕਿ ਚਮੜੀ ਦਾ ਡਿਪਾਰਟਮੈਂਟ ਸੀ ਉਹ ਜਿੱਥੇ ਚਮੜੀ ਦੇ ਮਰੀਜ਼ ਦਾਖਲ ਕੀਤੇ ਜਾਂਦੇ ਨੇ ਤਾਂ ਲਗਾਤਾਰ ਗ੍ਰਾਫਿਕ ਦੇ ਜ਼ਰੀਏ ਦਿਖਾ ਰਹੇ ਹਾਂ ਕਿ ਰੋਜ਼ ਦੇ ਵਿੱਚ ਮੈਡੀਕਲ ਅਫਸਰਾਂ ਦੇ ਅਸਤੀਫੇ ਆ ਗਏ ਨੇ ਡਾਕਟਰ ਰਾਜ ਬਹਾਦੁਰ ਸਭ ਤੋਂ ਪਹਿਲਾਂ ਅਸਤੀਫਾ ਦਿੰਦੇ ਨੇ ਵੀਸੀ ਨੇ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਦੇ ਜਿਨ੍ਹਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਉਸ ਤੋਂ ਬਾਅਦ ਇੱਕ ਤੋਂ ਬਾਅਦ ਅਸਤੀਫਿਆਂ ਦੀ ਝੜੀ ਲੱਗਦੀ ਹੈ ਉਸ ਤੋਂ ਬਾਅਦ ਅਸਤੀਫੇ ਜਿਹੜੇ ਨੇ ਉਹ ਸਾਹਮਣੇ ਆ ਜਾਂਦੇ ਨੇ ਇੱਕ ਤੋਂ ਬਾਅਦ ਇੱਕ ਅਸਤੀਫੇ ਦਿੱਤੇ ਜਾ ਰਹੇ ਨੇ ਜ਼ਿਕਰ ਲਗਾਤਾਰ ਇਹੀ ਹੋ ਰਿਹਾ ਕਿ ਕਿਉਂ ਇਹ ਵਤੀਰਾ ਕਿਉਂ ਇਹ ਰਵੱਈਆ ਜਿਹੜਾ ਅਪਣਾਇਆ ਗਿਆ ਤਾਂ ਇਸ ਨੂੰ ਲੈ ਕੇ ਰੋਸ ਹੈ ਹਰ ਪਾਸੇ ਔਰ ਫਹਿਮਾਂ ਦਾ ਜ਼ਿਕਰ ਕਰਦੇ ਆ ਜਾਂ ਅਹਿਮਾਂ ਦਾ ਜ਼ਿਕਰ ਕਰਦੇ ਆ ਤਾਂ ਉਹਨਾਂ ਦੇ ਵੱਲੋਂ ਅਸਤੀਫਾ ਦੇਣ ਦੀ ਵੀ ਗੱਲ ਔਰ ਖਾਸ ਤੌਰ ਤੇ ਇਸ ਵਤੀਰੇ ਦੇ ਵਿਰੋਧ ਦਾ ਵੀ ਜ਼ਿਕਰ ਲਗਾਤਾਰ ਹੋ ਰਿਹਾ ਨਿੰਦਾ ਕੀਤੀ ਜਾ ਰਹੀ ਹੈ ਜੇ ਮੰਤਰੀ ਸਾਹਿਬ ਨੇ ਜਾ ਕੇ ਦੇਖਿਆ ਹੈ ਜਾਂ ਆਪਾਂ ਇਹ ਕਹਿ ਦਈਏ ਕਿ ਪਹਿਲਾਂ ਕਿੰਨੀਆਂ ਸਰਕਾਰਾਂ ਆਈਆਂ ਕਮ ਸੇ ਕਮ ਆਪਾਂ ਇਹ ਕਹਿੰਦੇ ਆ ਵੀ ਉਹ ਸਰਕਾਰ ਦੇ ਨੋਟਿਸ 'ਚ ਲੈ ਕੇ ਆਵੇ ਕਿ ਸਾਡੇ ਸਕੂਲ ਦੇ ਵਿੱਚ ਹਸਪਤਾਲ ਦੇ ਵਿੱਚ ਆ ਪ੍ਰਬੰਧ ਨਹੀਂ ਹੈਗਾ ਤਾਂ ਸਰਕਾਰ ਨੂੰ ਪਤਾ ਹੋਵੇ ਜੇ ਸਰਕਾਰ ਜਾ ਕੇ ਉੱਥੇ ਉਸ ਚੀਜ਼ ਨੂੰ ਪਤਾ ਕਰਦੀ ਹੈ ਕਿ ਉੱਥੇ ਪ੍ਰਬੰਧ ਅੱਛੇ ਨਹੀਂ ਹੈ ਤੇ ਬਾਅਦ 'ਚ ਉਹਦੇ ਕੋਲ ਕੋਈ ਆਨਸਰ ਨਹੀਂ ਹੈ ਅਸਤੀਫਾ ਦੇਣਾ ਕੋਈ ਮੈਂ ਨਹੀਂ ਮੰਨਦਾ ਕਿ ਕੋਈ ਬਹੁਤ ਵੱਡਾ ਹੱਲ ਹੋ ਗਿਆ ਕਿ ਜਿਹਦੇ ਨਾਲ ਅੱਗੇ ਤੋਂ ਕੰਮ ਨਹੀਂ ਹੋਊਗਾ ਜੇ ਤੁਸੀਂ ਨਹੀਂ ਲੇਟ ਸਕਦੇ ਤਾਂ ਲੋਕ ਕਿਵੇਂ ਲੇਟ ਸਕਦੇ ਨੇ ਇਸ ਚੱਕਰ 'ਚ ਉਹਨਾਂ ਨੇ ਅਸਤੀਫਾ ਦੇਤਾ ਤੇ ਇਹ ਕੋਈ ਖਾਸ ਗੱਲ ਨਹੀਂ ਹੈ ਜੇ ਅਸਤੀਫਾ ਦੇ ਵੀ ਦਿੱਤਾ ਤਾਂ ਕਿਉਂਕਿ ਆਮ ਪਬਲਿਕ ਜਦੋਂ ਵੀ ਕਿਤੇ ਜਾਂਦੀ ਹੈ ਹਸਪੀਟਲ ਦੇ ਵਿੱਚ ਉੱਥੇ ਜਦੋਂ ਕੋਈ ਵਧੀਆ ਗੱਦੇ ਨਹੀਂ ਹੈਗੇ ਜਾਂ ਵਧੀਆ ਸਹੂਲਤਾਂ ਨਹੀਂ ਹੈ ਤਾਂ ਲੋਕ ਸੋਚਦੇ ਆ ਸਰਕਾਰੀ ਹਸਪਤਾਲ 'ਚ ਜਾ ਕੇ ਕੀ ਕਰਨਾ ਇਹਨਾਂ ਚੱਕਰਾਂ ਕਰਕੇ ਲੋਕ ਸਰकारी हस्पताल को अवॉइड कर रहे हैं नहीं देखो जलील करने वाली कोई बात नहीं है अगर वहाँ सफाई नहीं है वो केयर नहीं हो रही है तो वो डांट लगानी तो चाहिए थी उनको अगर डांट लगाई है तो उनको वो प्रॉपरली करना चाहिए था ना इस्तीफ़ा देने का क्या मतलब है अगर वो इस्तीफ़ा दिया उन्होंने अपनी मर्ज़ी से दिया उनको किसी ने प्रेशर नहीं किया था तो ये तो है कि उनको सफाई परवाह नहीं की तुसी किद्दां लड़े ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਇਸ ਕਰਕੇ ਤੁਹਾਡੇ ਜਜ਼ਬੇ ਨੂੰ ਸਲਾਮ ਬਾਈ ਗੋਡ ਔਰ ਕਮਾਲ ਦੇ ਅਸੀਂ ਤਾਂ ਐਵੇਂ ਸਾਡੇ ਵਰਗੇ ਤਾਂ ਕਈ ਵਾਰੀ ਲੋਕ ਆਪਦੀ ਵਾਵਾ ਦੀ ਮਾਰੇ ਇੱਧਰ ਉੱਧਰ ਦੀਆਂ ਗੱਲਾਂ ਕਰ ਲੈਂਦੇ ਲੇਕਿਨ ਆਹ ਜਜ਼ਬਾ ਹੈ ਜਿਹੜਾ ਸ਼ਨੀਵਾਰ ਨੂੰ ਲੋਕਾਂ ਦੇ ਮੁਫਤ ਹਜ਼ਾਰਾਂ ਲੋਕ ਅੱਜ ਦੇਖੇ ਅਸੀਂ ਜਿਹੜੇ ਥੱਲੇ ਕਮੈਂਟ ਕਰ ਰਹੇ ਕਿ ਕਿਸੇ ਨੇ ਕਿਹਾ ਕਿ ਸਾਡੇ ਵਾਸਤੇ ਤਾਂ ਰੱਬ ਹੈ ਰਾਜ ਬਹਾਦਰ ਜੀ ਜਿਨ੍ਹਾਂ ਨੇ ਸਾਡੀ ਜਾਨ ਬਚਾਈ ਹੈ ਜਿਨ੍ਹਾਂ ਨੇ ਸਾਨੂੰ ਤੁਰਨ ਫਿਰਨ ਲਾਤਾ ਇਹ ਲੋਕਾਂ ਦਾ ਪਿਆਰ ਹੈ ਤੁਸੀਂ ਇਹ ਬੇਸ਼ੱਕ ਇਹ ਹੋਇਆ ਲੇਕਿਨ ਉਦੋਂ ਜ਼ਿਆਦਾ ਤਕੜੇ ਤਰੀਕੇ ਦੇ ਨਾਲ ਉਹ ਹੋਇਆ ਲੋਕਾਂ ਨੇ ਸਪੋਰਟ ਕੀਤਾ ਪਿਆਰ ਕੀਤਾ ਬਹੁਤ ਅੱਛਾ ਥੈਂਕ ਯੂ ਸੋ ਮਚ ਉਹ ਤੁਹਾਨੂੰ ਸੋ ਰਾਜਾ ਵੜਿੰਗ ਮਿਲਣ ਪਹੁੰਚੇ ਨੇ ਇਸ ਵੇਲੇ ਦੀ ਐਕਸਕਲੂਸਿਵ ਤਸਵੀਰ ਸਿੱਧੀ ਤਸਵੀਰ ਤੁਹਾਨੂੰ ਵਿਖਾ ਰਹੇ ਹਾਂ ਰਾਜਾ ਵੜਿੰਗ ਦੱਸ ਦਈਏ ਕਿ ਖਾਸ ਤੌਰ ਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਔਰ ਉਹਨਾਂ ਦੇ ਵੱਲੋਂ ਖੁਦ ਪਹੁੰਚ ਕੇ ਇੱਥੇ ਮੁਲਾਕਾਤ ਕੀਤੀ ਗਈ ਹੈ ਇਸ ਵੇਲੇ ਸਭ ਤੋਂ ਅਹਿਮ ਤਸਵੀਰ ਇਹ ਹੈ ਕਿ ਅੱਖਾਂ ਦੇ ਵਿੱਚ ਹੰਝੂ ਨੇ ਵੀਸੀ ਦੀ ਅੱਖਾਂ ਦੇ ਵਿੱਚ ਹੰਝੂ ਨੇ ਔਰ ਉਹਨਾਂ ਦੇ ਵੱਲੋਂ ਕਹਿ ਸਕਦੇ ਕਿ ਇਸ ਵੇਲੇ ਤਸਵੀਰ ਜ਼ਾਹਿਰ ਹੈ ਕਿ ਕਿੰਨਾ ਉਹਨਾਂ ਨੂੰ ਆਪਣੇ ਆਪ ਨੂੰ ਮਹਿਸੂਸ ਹੋਇਆ ਕਿ ਜੋ ਵੀ ਕੱਲ ਸਾਰਾ ਵਾਕਿਆ ਹੋਇਆ ਔਰ ਅੱਖਾਂ ਦੇ ਵਿੱਚ ਹੰਝੂ ਲਗਾਤਾਰ ਅਸੀਂ ਵੇਖ ਪਾ ਰਹੇ ਹਾਂ ਸਿੱਧੀਆਂ ਤਸਵੀਰਾਂ ਦਿਖਾ ਰਹੇ ਹਾਂ ਰਾਜਾ ਵੜਿੰਗ ਖੁਦ ਪਹੁੰਚੇ ਨੇ ਮਿਲਣ ਔਰ ਉਹਨਾਂ ਦੇ ਨਾਲ ਮੁਲਾਕਾਤ ਕਰ ਰਹੇ ਨੇ ਦੱਸ ਦਈਏ ਕਿ ਇਹ ਮਸਲਾ ਜੋ ਵੀ ਹੋਇਆ ਉਸ ਤੋਂ ਬਾਅਦ ਇੱਕ ਵੀ ਬਿਆਨ ਵੀਸੀ ਦਾ ਸਾਹਮਣੇ ਨਹੀਂ ਸੀ ਆਇਆ ਉਹਨਾਂ ਦਾ ਇਹੀ ਕਹਿਣਾ ਸੀ ਕਿ ਮੇਰੀ ਸਥਿਤੀ ਨਹੀਂ ਹੈ ਪਰ ਹੁਣ ਕੁਝ ਕਹਿ ਰਹੇ ਨੇ ਜੋ ਮੈਂ ਥੋੜਾ ਕਢਾਇਆ 32 ਪੇजेस ਦੇ ਕਿੱਥੇ ਕਿੱਥੇ ਲੈਕਚਰਸ ਦਿੱਤੇ ਕਿੱਥੇ ਕਿੱਥੇ ਤੁਸੀਂ ਪੜ੍ਹੇ ਹਾਲਾਤ ਕਿੱਥੇ ਕਿੱਥੇ ਗਏ ਯੂਕੇ ਸਿੰਗਾਪੁਰ ਸਵਿਟਜ਼ਰਲੈਂਡ ਮੈਂ ਤਾਂ ਸੁਣੋ ਜੋ ਤੁਹਾਡੇ ਹੱਥਾਂ ਦੇ ਵਿੱਚ ਸ਼ਮਤਾ ਹੈ ਤੁਹਾਨੂੰ ਗਵਰਨਮੈਂਟ ਜੌਬ ਥੋੜੀ ਤੁਹਾਨੂੰ ਤਾਂ ਇੰਟਰਨੈਸ਼ਨਲੀ ਅਕਲੇਮਡ ਹਸਪੀਟਲਸ ਇੰਟਰਨੈਸ਼ਨਲੀ ਅਕਲੇਮਡ ਆਪਣੀਆਂ ਯੂਨੀਵਰਸਿਟੀਜ਼ ਵੁੱਡ ਲਵ ਟੂ ਹੈਵ ਯੂ ਵਿਦ them ਤੇ ਤੁਸੀਂ ਅੱਜ ਸੈਟਰਡੇ ਨੂੰ ਔਰ ਇਹ ਪਹਿਲਾ ਸੈਟਰਡੇ ਤਾਂ ਹੈ ਨਹੀਂ ਸਰ ਕਿੰਨੇ ਸਾਲ ਹੋ ਗਏ ਸਰ ਇਹ 22 ਸਾਲ ਹੋ ਗਏ डॉक्टर साहब की कहना चाहोगे जो होया वैसे काफी अनफॉर्चुनेट है लेकिन फिर भी ਤੁਹਾਡੇ ਵੱਲੋਂ ਕੀ ਤੁਸੀਂ ਕਹਿਣਾ ਚਾਹੋਗੇ आई एम पेंड सर आई एम पेंड दुख है मैंने इसका ਹੋਇਆ ਕੀ ਸੀਗਾ ਮਤਲਬ ਉਹ ਪੂਰਾ ਇਨਸੀਡੈਂਟ ਜੇ ਥੋੜਾ ਜਿਹਾ ਦੱਸ ਸਕੋ ਹੋਇਆ ਕੀ ਸੀਗਾ नहीं मेरे ख्याल आई थिंक मिनिस्टर केम एंड ही वाज आस्किंग भी ये चीज़ें क्यों है कट क्यों है वो क्यों है विच ऑफ द रिस्पॉन्सिबिलिटी ऑफ द मेडिकल सुपरिटेंडेंट बट स्टिल एज ए हेड ऑफ द इंस्टीट्यूशन में नाल था ਉਹ ਕਹਿਣ ਵੀ ਇਹ ਕਿੱਦਾਂ ਦਾ ਬੈੱਡ ਕਿੱਦਾਂ ਦਾ ਇਹਦੇ ਮੈਟਰਸ ਕਿੱਦਾਂ ਦੀ ਹੈ ਮੈਂ ਕਿਹਾ ਜੀ ਮੈਟਰਸ ਕਿ ਪੈਕੇਜ ਇੱਥੇ ਕੋਈ ਪੈ ਸਕਦਾ ਪਰ ਮੈਂ ਕਿਹਾ ਜੇ ਮੇਰਾ ਮਰੀਜ਼ ਪੈਂਦਾ ਤਾਂ ਮੈਂ ਵੀ ਪੈ ਸਕਦਾ
ਸਰ ਕਿਵੇਂ ਲੱਗਿਆ ਜਦੋਂ ਤੁਹਾਨੂੰ ਸਾਰਾ ਮੀਡੀਆ ਲੋਕਾਂ ਦੇ ਸਾਹਮਣੇ ਕਿਹਾ ਵੀ ਜਾ ਕੇ ਤੇ ਬੈੱਡ ਤੇ ਪੈ ਕੇ ਦਿਖਾਓ, ਤੁਹਾਨੂੰ ਕਿਸ ਤਰ੍ਹਾਂ ਲੱਗਿਆ? ਤੁਹਾਨੂੰ ਲੱਗਿਆ ਨਹੀਂ ਉਹ ਮਹਿਸੂਸ ਨਹੀਂ ਹੋਇਆ ਵੀ ਹਾਂ ਮੈਡੀਕਲ ਫੀਲਡ ਦੇ ਵਿੱਚ ਇਸ ਤਰ੍ਹਾਂ ਦਾ ਕਦੇ ਕੋਈ ਚਾਂਸ ਆਇਆ ਤੁਹਾਡੀ? मैं सर मेरे 44-45 साल हो गए सर, और 13 बड़े हस्पतालों में काम कभी भी इधर नहीं गया। ਤੁਸੀਂ ਯਾਰ ਡਾਕਟਰ ਸਾਹਿਬ ਨੂੰ ਵੇਖੋ ਖੁਦ, ਉਹ ਤਾਂ ਇੰਨੇ ਸਾਦੇ ਹੈ, ਵੀਸੀ ਹੋ ਕੇ ਕਿਵੇਂ ਵਿਚਾਰੇ ਲੋਕਾਂ ਦਾ ਆਪਰੇਸ਼ਨ ਇਹਨਾਂ ਉਹਦੇ 'ਚ ਉਹ ਚੱਪਲ ਹੋਈ, ਕਿਉਂਕਿ ਉਹਨਾਂ ਦਾ ਮਾਣੀ ਸੇਵਾ ਭਾਵਨਾ ਯਾਰ। ਅਸੀਂ ਕਈ ਵਾਰੀ ਇਹਨਾਂ ਨੂੰ ਫੋਨ ਕਰਦੇ, ਇਹਨਾਂ ਨੇ ਉਹ ਸਾਡੀ ਗੱਲ ਨਹੀਂ ਹੋ ਸਕਦੀ ਸੀ, ਅਸੀਂ ਫੋਨ ਤੇ ਗੱਲ ਕਹਿਣੀ, ਇਹਨਾਂ ਨੇ ਕਹਿ ਦੇਣਾ ਕਿ ਇਹ ਹੋਣਾ ਨਹੀਂ, ਜਿਹੜੀ ਗੱਲ ਨਹੀਂ ਹੋ ਸਕਦੀ ਉਹ ਨਹੀਂ ਕਰ ਸਕਦੇ। ਐਥਿਕਸ ਦੇ ਨਾਲ ਤਾਂ ਰਾਜ ਬਹਾਦਰ ਜੀ ਨੇ ਕਦੇ ਸਮਝੌਤਾ ਹੀ ਨਹੀਂ ਕੀਤਾ, ਤੇ ਜਿੱਥੇ ਪੇਸ਼ੈਂਟ ਦੀ ਗੱਲ ਹੈ, ਆਮ ਵਿਅਕਤੀ ਦੀ ਗੱਲ ਹੈ, ਇਹਨਾਂ ਨੇ ਆਪਦੀ ਜਾਨ ਦੀ ਪਰਵਾਹ ਹੀ ਨਹੀਂ ਕੀਤੀ। ਅੱਜ ਜਿਹੜਾ ਉਹ 50,000 ਕੋਵਿਡ ਦੇ ਮਰੀਜ਼ਾਂ ਦੀ ਟੈਸਟਿੰਗ ਹੁੰਦੀ ਸੀ, ਉਹ ਜਸਟ ਬਿਕੋਜ਼ ਆਫ ਰਾਜ ਬਹਾਦਰ ਜੀ ਕਰਕੇ ਹੁੰਦੀ ਸੀ। ਔਰ ਹਜ਼ਾਰਾਂ ਲੋਕਾਂ ਨੇ ਫੋਟੋਆਂ ਲਾਈਆਂ ਵੀ ਹੈ, ਬਾਬੇ ਨਾਨਕ ਦੀ ਫੋਟੋ, ਮੈਂ ਨਹੀਂ ਕਹਿੰਦਾ ਸਾਰੀ ਦੁਨੀਆ ਬਾਬੇ ਨਾਨਕ ਨੂੰ ਮੰਨਦੀ ਹੈ, ਪਰ ਇੱਕ ਬਾਬੇ ਨਾਨਕ ਦੇ ਰੂਪ ਦੇ ਵਿੱਚ ਡਾਕਟਰ ਸਾਹਿਬਾਨ ਹੁੰਦੇ ਨੇ। ਰਾਜ ਬਹਾਦਰ ਜੀ ਉਹਨਾਂ ਨੇ ਕਦੇ ਪਰਵਾਹ ਨਹੀਂ ਕੀਤੀ, ਔਰ ਗਰੀਬ ਗੁਰਭਾਮ, ਮੈਂ ਸਮਝਦਾ ਯਾਰ ਬੈੱਡ ਵਾਲੀ ਤਾਂ ਗੱਲ ਹੀ ਨਹੀਂ ਸੀ। ਪਹਿਲਾ ਐਕਸੀਡੈਂਟ ਨਹੀਂ, ਪਹਿਲਾਂ ਵੀ ਕਈ ਹਸਪਤਾਲਾਂ ਸੋ ਇਹ ਮੈਂ ਸਮਝਦਾ ਕਿ ਇੱਦਾਂ ਇਹ ਡਿਊਟੀ, ਇਹ ਇਹਨਾਂ ਦੀ ਡਿਊਟੀ ਨਹੀਂ ਹੈ। ਸਰਕਾਰ ਇਨਫਰਾਸਟ੍ਰਕਚਰ ਦੇਵੇ। ਕੱਲ ਨੂੰ ਤਾਂ ਸਾਰੇ ਡਾਕਟਰਸ, ਮੈਂ ਤਾਂ ਮੰਜਿਆਂ ਦੇ ਥੱਲੇ ਇੱਟਾਂ ਲੱਗੀਆਂ ਵੇਖੀਆਂ ਹਸਪਤਾਲਾਂ ਦੇ ਵਿੱਚ, ਸਰਕਾਰ ਉਹਨਾਂ ਨੂੰ ਬਦਲੇ, ਫਿਰ ਕੱਲ ਨੂੰ ਤਾਂ ਇਹ ਕਿਸੇ ਹੋਰ ਡਾਕਟਰ ਨੂੰ ਜਾ ਕੇ ਇੱਦਾਂ ਕਰਨਗੇ। ਹਾਂ, ਅੰਦਰ ਬੈਠ ਕੇ ਗੱਲ ਕਰ ਲੈਂਦੇ, ਫਿਰ ਬਾਪ ਸਮਾਨ ਹੈ ਯਾਰ। ਰਾਜਾ ਵੜਿੰਗ ਕੱਲ ਨੂੰ ਹੈਲਥ ਮਿਨਿਸਟਰ ਬਣ ਜੇ ਤਾਂ ਵੀਸੀ ਰਾਜ ਬਹਾਦਰ ਨੂੰ ਕਵੇ ਕਿ ਇਧਰ ਆਓ ਬਈ, ਉਹ ਗੱਲ ਨਹੀਂ ਬਣਦੀ ਮੇਰੀ। ਮੈਂ ਕਿਸੇ ਨੂੰ ਜੋੜੇ ਮਾਜਰਾ ਸਭ ਨੂੰ ਕੁਛ ਨਹੀਂ, ਮੈਂ ਉਹਨਾਂ ਨੂੰ ਕਹਿੰਦਾ ਕਿ ਯਾਰ ਵੱਡਾਪਣ ਵਿਖਾਓ, ਮਾਫੀ ਮੰਗ ਲੈਣੀ ਚਾਹੀਦੀ ਹੈ। ਮੈਂ ਵੈਸੇ ਬੀਇੰਗ ਏ ਲੀਡਰ, ਮੈਂ ਹਮੇਸ਼ਾ ਡਾਕਟਰ ਸਾਹਿਬ ਨਾਲ ਹੱਥ ਮਿਲਾਉਂਦਾ ਰਿਹਾ। ਅੱਜ ਮੈਂ ਉਹ ਪੈਰੀ ਹੱਥ ਲਾ ਕੇ ਇਸ ਕਰਕੇ ਸਤਿਕਾਰ ਕੀਤਾ ਹੈ ਕਿ ਯਾਰ ਇਹ ਸਾਡੇ ਬਾਪ ਬਰਾਬਰ ਨੇ, ਇਹਨਾਂ ਨੂੰ ਪਿਆਰ ਦੇਣਾ ਔਰ ਇਹਨਾਂ ਦੀ ਇੱਜ਼ਤ ਵਧਾਉਣਾ ਤਮਾਮ ਪੋਲੀਟੀਸ਼ੀਅਨਸ ਦਾ ਕੰਮ ਹੈ। ਹਸਪਤਾਲ ਖਾਲੀ ਪਏ ਨੇ, ਕਿਉਂ ਨਹੀਂ ਡਾਕਟਰਸ ਆਉਂਦੇ? ਕੋਈ ਨਹੀਂ ਆਏਗਾ ਇੱਦਾਂ, ਕੋਈ ਨਹੀਂ ਆਏਗਾ, ਜਿੰਨੇ ਮਰਜ਼ੀ ਤੁਸੀਂ ਸੁਵਿਧਾ। ਹਾਂ, ਕਿਸੇ ਨੇ, ਹਾਂ 3 ਲੋਕਾਂ ਨੇ ਅਸਤੀਫਾ, ਇੰਨਾ ਪਿਆਰ ਲੋਕਾਂ 'ਚ ਵੇਖਣ ਨੂੰ ਮਿਲਿਆ। ਮੈਂ ਤਾਂ ਜਿੱਥੇ ਉਹ ਆਪਦੇ ਫੇਸਬੁੱਕ ਤੇ ਲਾਈਵ ਕੀਤਾ, ਉਹਨਾਂ ਨੇ ਕਿਹਾ ਡਾਕਟਰ ਸਾਹਿਬ ਨੂੰ ਜਾ ਕੇ ਮਿਲ ਕੇ ਆਓ। ਸੋ ਇਸ ਕਰਕੇ ਅਸੀਂ ਡਾਕਟਰ ਸਾਹਿਬ ਨੂੰ ਕਹਿਣ ਆਏ ਹਾਂ ਕਿ ਸਾਡੇ ਵਰਗੇ ਬਥੇਰੇ ਲੋਕ ਹੈ ਜਿਹੜੇ ਤੁਹਾਨੂੰ ਪਿਆਰ ਕਰਦੇ ਆ, ਤੁਹਾਡੇ ਬੱਚੇ ਆ, ਅਸੀਂ ਮਾਫੀ ਚਾਹੁੰਦਾ। ਮੈਂ ਹੱਥ ਜੋੜ ਕੇ ਡਾਕਟਰ ਸਾਹਿਬ ਵੱਲੋਂ ਡਾਕਟਰ ਸਾਹਿਬ ਤੋਂ ਮਾਫੀ ਮੰਗਦਾ ਇਸ ਗੱਲ ਦੀ ਕਿ ਅਸੀਂ ਤੁਹਾਡੀ ਮੈਂ ਸਮਝਦਾ ਕਿ ਸ਼ਾਨ ਦੇ ਵਿੱਚ, ਤੁਹਾਡੇ ਮਾਣ ਸਨਮਾਨ ਦੇ ਵਿੱਚ ਸਾਡੇ ਚਿੱਟੇ ਕੁੜਤੇ ਪਜਾਮੇ ਵਾਲਿਆਂ ਤੋਂ ਵੱਲੋਂ ਕਮੀ ਆਈ ਹੈ। ਅਸੀਂ ਇਸ ਗੱਲ ਦੀ ਮਾਫੀ ਮੰਗਦੇ ਹਾਂ। ਡਾਕਟਰ ਸਾਹਿਬ ਵੀ ਖੁਦ ਇਮੋਸ਼ਨਲ ਹੋਏ, ਖੁਦ ਉਹਨਾਂ ਦੇ ਅੱਖਾਂ 'ਚ ਉਹ ਕੋਈ ਗੱਲ ਨਹੀਂ, ਫਿਰ ਬੰਦਾ ਜਿਹੜਾ ਭਾਵਕ ਹੁੰਦਾ ਨਾ, ਜਿਹੜੇ ਬੰਦੇ 'ਚ ਇਮੋਸ਼ਨ ਹੀ ਨਹੀਂ ਹੈ, ਨਹੀਂ ਉਹ ਬੰਦਾ ਹੀ ਨਹੀਂ ਹੈ। ਬੰਦੇ ਨੂੰ ਇਹ ਲੱਗਦਾ ਕਿ ਮੈਂ 73 ਸਾਲਾਂ 'ਚ ਸੈਟਰਡੇ ਨੂੰ, ਅੱਜ ਕੱਲ੍ਹ ਮੁੰਡਿਆਂ ਨੂੰ ਪੁੱਛਦੀ ਨਾ ਕਿੱਥੇ ਚੱਲੇ ਹੋ, ਕਹਿੰਦੇ ਕਲੱਬ ਚੱਲੇ ਆ। ਨੌਜਵਾਨ ਮੁੰਡਾ 27-28 ਸਾਲ ਦਾ ਕਿੱਥੇ ਚੱਲੇ ਹੋ? ਅੱਜ ਮੈਂ ਦੋਸਤਾਂ ਨਾਲ ਪਾਰਟੀ ਤੇ ਚੱਲਿਆ। ਮੇਰਾ ਮੁੰਡਾ ਹਜੇ 12 ਸਾਲ ਦਾ, ਉਹ ਕਹਿੰਦਾ ਅੱਜ ਮੈਂ ਟੀਵੀ ਵੇਖਣਾ ਹੈ, ਸੈਟਰਡੇ ਹੈ ਪਾਪਾ, ਮੈਨੂੰ ਪੜ੍ਹਨ ਵਾਸਤੇ ਨਾ ਕਹੀਂ। 71 ਸਾਲਾਂ ਦੀ ਉਮਰ 'ਚ ਅੱਜ ਆ ਲੋਕਾਂ ਦਾ ਇਲਾਜ ਕਰ ਰਿਹਾ ਬੰਦਾ, ਇੰਨੀ ਇਸ ਤੋਂ ਬਾਅਦ ਵੀ ਆ ਖੜਾ ਬੰਦਾ, ਫਿਰ ਵੀ ਉਹ ਜਜ਼ਬਾ ਹੈ। ਇਹੋ ਜਿਹੇ ਜਜ਼ਬਾ ਸਾਨੂੰ, ਇਹ ਸਾਡੇ ਰੋਲ ਮਾਡਲ ਹੈ, ਸਾਨੂੰ ਇਹਨਾਂ ਤੋਂ ਸਿੱਖਣ ਦੀ ਲੋੜ ਹੈ ਤਮਾਮ ਨੂੰ। ਕਈਆਂ ਨੇ ਕਈਆਂ ਨੇ 2-4 ਨੇ ਕਿਹਾ ਵੀ ਵਾਹ ਵੀ ਜੋੜੇ ਮਾਜਰਾ ਸਾਹਿਬ, ਕਿਸੇ ਨੂੰ ਇਦਾਂ ਹੰਕਾਰ ਕਰਨਾ, ਇਦਾਂ ਕਰਨਾ, ਇਹ ਕੋਈ ਚੰਗੀ ਗੱਲ ਨਹੀਂ ਹੈ। ਐਸੋਸੀਏਸ਼ਨਸ ਨੇ ਕੰਡੈਮ, ਐਸੋਸੀਏਸ਼ਨ ਮੈਂ ਕਿਹਾ ਪੂਰਾ ਪੰਜਾਬ ਕਰ ਰਿਹਾ ਯਾਰ, ਹਰ ਵਿਅਕਤੀ ਕਰ ਰਿਹਾ, ਹਰ ਬੰਦਾ ਕਰ ਰਿਹਾ, ਹਰ ਇਨਸਾਨ ਕਰ ਰਿਹਾ। ਹਜੇ ਤਾਂ ਤੁਸੀਂ ਦੇਖਿਓ ਇਹਦਾ ਰਿਐਕਸ਼ਨ, ਜਿਹੜੇ ਆਮ ਲੋਕ, ਜਿਹੜੇ ਲੋਕ ਸਾਥੋਂ ਹਜੇ ਕਿਤੇ ਨਾ ਕਿਤੇ ਨਫ਼ਰਤ ਕਰਦੇ ਨੇ, ਇਹਨਾਂ ਲੋਕਾਂ ਨੂੰ ਪਿਆਰ ਕਰਦੇ ਨੇ, ਕਿਉਂਕਿ ਇਹਨਾਂ ਲੋਕਾਂ ਨੇ ਸੇਵਾ ਕੀਤੀ ਹੈ ਕੋਵਿਡ ਦੇ ਵਿੱਚ। ਇੱਕ ਪੋਲੀਟੀਸ਼ੀਅਨ, ਸਾਡੇ ਵਰਗੇ ਬੰਦੇ ਘਰਾਂ 'ਚ ਵੜ ਗਏ, ਇਹੀ ਜੋੜੇ ਮਾਜਰੇ ਸਾਹਿਬ ਵਰਗੇ ਹੋਰ ਵਿਅਕਤੀ ਆਪਦੇ ਘਰਾਂ 'ਚ ਵੜ ਗਏ ਕਿਉਂਕਿ ਮੌਤ ਦਾ ਡਰ ਸਤਾ ਰਿਹਾ ਸੀ। ਕਈ ਡਾਕਟਰਾਂ ਦੀਆਂ ਜਾਨਾਂ ਚਲੀਆਂ ਗਈਆਂ। ਰਾਜ ਬਹਾਦਰ ਕਿਹਨੇ ਪੁੱਛਣਾ ਸੀ ਕਿਸੇ ਨੂੰ? ਸੋ ਪਲੀਜ਼ ਮੇਰੀ ਬੇਨਤੀ ਹੈ ਸਰਕਾਰ ਨੂੰ, ਔਰ ਮਾਨ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਉਹਨਾਂ ਨੂੰ ਵੀ ਸਮਝਾਓ, ਔਰ ਹੈਲਥ ਮਿਨਿਸਟਰ ਅੱਗੇ ਆ ਕੇ ਵੱਡਾਪਣ ਵਿਖਾ ਕੇ ਮਾਫੀ ਮੰਗੇ ਕਿ ਮੇਰੇ ਤੋਂ ਗਲਤੀ ਹੋ ਗਈ, ਮੇਰੇ ਤੋਂ ਗਲਤੀ ਹੋ ਗਈ। ਗੱਲਬਾਤ ਕਰਾਂਗੇ। ਰਾਜੀ, ਤੁਹਾਡੇ ਨਾਲ ਇੱਕ ਵਾਰ ਗੱਲਬਾਤ ਕਰਨਾ ਚਾਹਾਂਗੇ, ਕੀ ਹੋਇਆ ਕੀ ਸੀਗਾ? ਨਹੀਂ, ਮੈਂ ਦੱਸਿਆ ਤੁਹਾਨੂੰ ਵੀ ਉਹ ਇਨਸਪੈਕਸ਼ਨ ਨੂੰ ਆਏ ਤੇ ਥੋੜਾ ਤੁਹਾਡੇ ਵਾਸਤੇ ਇਹ ਤਾਂ ਚੱਲੀ ਜਾਣੇ, ਤੁਹਾਡਾ ਪੁੱਤਰ ਅਸੀਂ ਤੁਹਾਡਾ। ਇਧਰ ਆਓ ਜੀਪੀ ਜੀ, ਆਓ ਮੋਹਿਤ ਮਹਿੰਦਰਾ। ਤਾਂ ਇਹ ਤਸਵੀਰਾਂ ਨੇ, ਰਾਜਾ ਵੜਿੰਗ ਹੋਣੀ ਮੁਲਾਕਾਤ ਕਰਨ ਪਹੁੰਚੇ ਨੇ। ਔਰ ਸੋ ਬਈ ਮੀਡੀਆ ਵਾਲਿਓ, ਇਹ ਸਾਡਾ ਰੋਲ ਮਾਡਲ ਹੈ, ਸਾਡੇ ਪਿਓ ਦੇ ਸਮਾਨ ਹੈ, ਔਰ ਇਹਨਾਂ ਲੋਕਾਂ ਦੀ ਸੇਵਾ ਦੇ ਕਰਕੇ ਅੱਜ ਪੰਜਾਬ ਬਚਿਆ ਹੋਇਆ ਹੈ। ਸਾਡੀ ਸੇਵਾ ਕਰਕੇ ਨਹੀਂ, ਇਹਨਾਂ ਲੋਕਾਂ ਦੀ ਸੇਵਾ ਕਰਕੇ ਬਚਿਆ। ਬਸ ਇਹੀ, ਇਸ ਕਰਕੇ ਇਹਨਾਂ ਦਾ ਸਤਿਕਾਰ ਵਜੋਂ। ਚੰਗਾ ਡਾਕਟਰ ਸਾਹਿਬ, ਥੈਂਕ ਯੂ। ਰਾਜੀ, ਕੱਲ ਬਾਰੇ ਇੱਕ ਵਾਰ ਪੁੱਛਣਾ ਚਾਹੁੰਦਾ, ਹੋਇਆ ਕੀ ਸੀਗਾ? ਤੁਸੀਂ ਕਹਿ ਰਹੇ ਹੋ ਅੱਖਾਂ ਤੁਹਾਡੀਆਂ ਭਰੀਆਂ ਹੋਈਆਂ।
ਦੁੱਖ ਹੈ ਵੀ ਇੰਨਾ ਨਹੀਂ ਕਰਨਾ ਚਾਹੀਦਾ ਤੁਹਾਨੂੰ। ਹੋਇਆ ਕੀ ਸੀਗਾ ਜੀ ਕੱਲ? नहीं भाई अननेसेसरी टाइट में भी ये क्यों है, मैट्रेस क्यों खराब है, एसी क्यों खराब है, फर्नीचर क्यों खराब है। ਤੁਹਾਡਾ ਇੰਨਾ ਲੰਬਾ ਤਜਰਬਾ ਹੈ, ਤੁਹਾਡੀ ਪ੍ਰੋਫਾਈਲ ਮੈਂ ਦੇਖੀ USA UK ਇੰਨਾ ਲੰਬਾ ਤਜਰਬਾ ਹੈ, ਦੁੱਖ ਲੱਗਦਾ ਹੈ ਤੁਸੀਂ ਹੁਣ ਵੀ ਰੋ ਰਹੇ ਹੋ। चलो इमोशनल है वैसे कोई गल नहीं, आई एम फाइन। मैं मरीज देख रहा ऑपरेट कर रहा, मैं एक ऑपरेशन कर चुके ही करना मैं। ਰੈਜ਼ਿਗਨੇਸ਼ਨ ਤੁਸੀਂ ਦਿੱਤਾ, ਕਿਆ ਵਾਪਸ ਲਓਗੇ ਜੇ ਮਾਫੀ ਮੰਗਣ ਮੰਤਰੀ? नहीं नहीं मैं CM ਨੂੰ ਸਿਰਫ ਦੱਸਿਆ, CM ਨੂੰ ਕਿਹਾ, ਮੈਂ ਕਿਹਾ ਵੀ ਇਦਾਂ ਦੀ ਗੱਲ ਹੈ, ਬਾਕੀ ਹੋਰ ਕੁਝ ਨਹੀਂ ਕਿਹਾ। ਉਹਨਾਂ ਨੇ ਕੀ ਕਿਹਾ? CM ਨੇ ਕੀ ਕਿਹਾ? CM ਨੇ ਅਪੋਲੋਜਾਈਜ਼ ਕੀਤਾ ਮੈਨੂੰ। CM ਨੇ ਮਾਫੀ ਮੰਗੀ ਹੈ ਤੇ ਤੁਸੀਂ ਹੁਣ ਕੀ ਸੋਚਿਆ ਹੈ ਕਿ ਕਿਆ ਕਿਆ ਉਹਨੂੰ ਲਿਖ ਕੇ ਦਿੱਤਾ, ਮੈਂ ਕਿਹਾ ਜੀ ਇਦਾਂ ਦਾ ਵਾਤਾਵਰਨ ਠੀਕ ਨਹੀਂ ਹੈ, ਮੈਂ ਕਿਹਾ ਕੰਮ ਕਰਨੇ ਵਾਸਤੇ ਤਾਂ ਵਾਤਾਵਰਨ ਠੀਕ ਨਹੀਂ ਹੈ। ਮੰਤਰੀ ਸਾਹਿਬ ਨੂੰ ਕੀ ਕਹਿਣਾ ਚਾਹੋਗੇ ਜੋ ਕੱਲ ਦਾ ਉਹਦਾ ਵਤੀਰਾ ਸਾਹਿਬ, ਕਿਉਂਕਿ ਤੁਹਾਡੇ ਨਾਲ ਹਰ ਕੋਈ ਖੜ ਰਿਹਾ ਹੈ, ਐਸੋਸੀਏਸ਼ਨਸ ਖੜ ਰਹੀਆਂ, ਲੀਡਰਸ ਖੜ ਰਹੇ ਨੇ। ਮੰਤਰੀਆਂ ਨੂੰ ਤਾਂ ਸਪੋਰਟ ਕਰਨੀ ਚਾਹੀਦੀ ਹੈਲਥ ਸਿਸਟਮ ਨੂੰ ਇੰਪਰੂਵ ਕਰਨ ਵਾਸਤੇ, ਜੋ ਕੁਝ ਅਸੀਂ ਸਲਾਹ ਦੇਵਾਂਗੇ, ਜੋ ਕੁਝ ਕਹਿਣਗੇ ਉਹ ਉਹਨਾਂ ਨੂੰ ਮਦਦ ਕਰਨਾ ਚਾਹੀਦੀ ਸਾਡੀ। ਕੱਲ ਜ਼ਿੰਮੇਵਾਰੀ ਕਿਸ ਦੀ ਬਣੀ? ਤੁਸੀਂ ਕਿਹਾ ਸੁਪਰੀਡੈਂਟ ਦੀ ਜ਼ਿੰਮੇਵਾਰੀ ਬਣੀ। ਜਿਹੜੀ ਹਸਪੀਟਲ ਦੀ ਪ੍ਰੋਕਿਉਰਮੈਂਟ ਹੁੰਦੀ, ਮੈਂ ਤਾਂ ਅਪਰੂਵ ਕਰਨੀ ਹੈ ਚੀਜ਼ਾਂ। ਮੈਨੂੰ ਕਹਿਣ ਜੀ ਵੀ 1000 ਮੈਟਰਸ ਲੈਣੀ, ਮੈਂ 1000 ਮੈਟਰਸ ਅਪਰੂਵ ਕਰੂੰਗਾ। ਕੋਈ ਵੀ ਚੀਜ਼ ਜਿਹੜੀ ਚੀਜ਼ ਖਰੀਦਣੇ ਵਾਸਤੇ ਹਸਪਤਾਲ 'ਚ ਤਕਰੀਬਨ 9 ਮਹੀਨੇ ਲੱਗਦੇ। ਹਿੰਦੁਸਤਾਨ 'ਚ ਜੇ ਅਸੀਂ ਪ੍ਰੋਪਰ ਤਰੀਕੇ ਨਾਲ ਚੀਜ਼ ਖਰੀਦਣੀ ਹੋਵੇ ਉਹਦੇ 9 ਮਹੀਨੇ ਲੱਗਦੇ। ਪੈਨਸਲ ਵੀ ਖਰੀਦਣੀ ਹੋਣੀ ਤਾਂ 9 ਮਹੀਨੇ ਲੱਗਦੇ। ਤਾਂ ਅਸੀਂ ਮੈਟਰਸ ਦਾ ਆਰਡਰ ਪਲੇਸ ਹੋਣੇ ਵਾਲਾ ਥਾ, ਸਾਰੀ ਰਿਪਲੇਸ ਹੋ ਜਾਣੀ ਹੈ। ਔਰ 1100 ਦੀ 1100 ਮੈਟਰਸ ਜਿਹੜੀਆਂ ਉਹ ਖਰਾਬ ਨਹੀਂ ਹੈ, ਕੋਈ ਮੈਟਰਸ ਖਰਾਬ ਹੈ, ਪਰ ਉਹ ਤਾਂ ਉਹੀ ਦੇਖਣਾ ਚਾਹੁੰਦੇ ਸੀ ਜਿਹੜੀ ਖਰਾਬ ਸੀ। ਨਹੀਂ ਤਜਰਬਾ ਸੀਗਾ ਉਹਨਾਂ ਨੂੰ, ਮੰਨਦੇ ਹੋ ਕਿ ਇਹ ਇਸ ਤਰੀਕੇ ਦੇ ਨਾਲ? ਕਿਉਂਕਿ ਨਹੀਂ ਤੇ ਮੇਰੇ ਨਾਲ ਆ ਕੇ ਗੱਲ ਕਰਦੇ ਤਾਂ ਮੈਂ ਦੱਸ ਦਿੰਦਾ ਵੀ ਜਿਹੜੀ ਇਹ ਸਾਡੀਆਂ ਖਾਮੀਆਂ ਜੀ, ਸਾਨੂੰ ਕੋਈ ਤੇ ਖਾਮੀ ਦੱਸਣੀ ਤਾਂ ਮਿਨਿਸਟਰ ਨੂੰ ਨਹੀਂ ਦੱਸਣੀ, ਖਾਮੀ ਤਾਂ ਕਿਹਨੂੰ ਦੱਸੋਗੇ ਤੁਸੀਂ? ਖਾਮੀਆਂ ਤਾਂ ਦੂਰ ਉਹਨਾਂ ਦੇ ਕਰਵਾਉਣੀ, ਪੈਸੇ ਉਹਨਾਂ ਤੇ ਮੰਗਣੇ ਅਸੀਂ। ਅੱਛਾ, ਜਿਹੜੇ ਲੋਕ ਤੁਹਾਨੂੰ ਉੱਥੇ ਬਤੌਰ ਪੇਸ਼ੈਂਟ ਦੇਖ ਰਹੇ ਸੀਗੇ, ਪੇਸ਼ੈਂਟ ਤੁਹਾਡੇ ਕੋਲ ਆਉਂਦੇ ਨੇ, ਉਹਨਾਂ ਨੂੰ ਵੀ ਕਿਉਂਕਿ ਇਹ ਹੈ ਕਿ ਤੁਸੀਂ ਅਸਤੀਫਾ ਦੇਗੇ ਔਰ ਕਿਆ ਦੁਬਾਰਾ ਜਾਓਗੇ ਜਾਂ ਉੱਥੇ VC ਦੁਬਾਰਾ? ਸਰ ਇਹ ਤਾਂ ਸਰਕਾਰ ਨੇ ਫੈਸਲਾ ਕਰਨਾ, ਇਹ ਤਾਂ ਸਰਕਾਰ ਦਾ ਫੈਸਲਾ। ਚਾਹੁੰਦੇ ਹੋ ਕਿ ਮੰਤਰੀ ਮਾਫੀ ਮੰਗਣ? ਜੋ ਨਹੀਂ ਮੈਂ ਇਦਾਂ ਦੀ ਗੱਲ ਨਹੀਂ ਕਹਿ ਰਿਹਾ ਜੀ, ਮੈਂ ਕੋਈ ਨਹੀਂ ਇਦਾਂ ਕਹਿ ਰਿਹਾ, ਮੈਂ ਤਾਂ ਸਿਰਫ ਇਹ ਕਹਿ ਰਿਹਾ ਮੈਂ ਸਰਕਾਰ ਨੂੰ ਦੱਸਦਾ ਮੈਂ ਮਾਫੀ ਮੰਗ। ਚਲੋ ਥੈਂਕ ਯੂ। ਤੇ ਰਾਜ ਬਹਾਦਰ ਹੋਣੀ ਦੱਸ ਰਹੇ ਨੇ ਕਿ ਕੱਲ ਦਾ ਇਨਸੀਡੈਂਸ ਕੀ ਸੀਗਾ। ਮੁੱਖ ਮੰਤਰੀ ਉਹਨਾਂ ਨੇ ਮਾਫੀ ਮੰਗੀ ਹੈ ਔਰ ਤੁਸੀਂ ਦੇਖੋ ਕਿ ਰਾਜਾ ਵੜਿੰਗ ਹੋਣੀ ਕੋਈ ਗੱਲ ਨਹੀਂ, ਆਪਾਂ ਬਾਹਰ ਦਿੰਦੇ ਹਾਂ। ਤਾਂ ਰਾਜਾ ਵੜਿੰਗ ਹੋਣੀ ਪਹੁੰਚੇ ਨੇ, ਮੁਲਾਕਾਤ ਜਿਹੜੀ ਹੈ ਉਹ ਕੀਤੀ ਹੈ ਔਰ ਪੇਸ਼ੈਂਟ ਜਿਹੜੇ ਨੇ ਉਹ ਉਹਨਾਂ ਨੂੰ ਵੇਖ ਰਹੇ ਨੇ। ਕੈਮਰਾਮੈਨ ਅਮਨਦੀਪ ਦੇ ਨਾਲ ਅਮਨ ਭਾਰਦਵਾਜ, ਨਿਊਜ਼ 18 ਮੋਹਾਲੀ। ਕਿ ਨਾਲ ਸਟੇਟ ਨੂੰ ਜਦੋਂ ਕੋਈ ਉਮੀਦ ਨਹੀਂ ਸੀ ਔਰ ਆਮ ਆਦਮੀ ਪਾਰਟੀ ਤੇ ਲੋਕਾਂ ਨੇ ਉਮੀਦ ਦਿਖਾਈ, ਉਹਦੀ ਅਗਵਾਈ ਕਿਸ ਤਰੀਕੇ ਨਾਲ ਕੀਤੀ ਜਾ ਸਕਦੀ ਉਹਦਾ ਐਗਜ਼ਾਮਪਲ ਪੇਸ਼ ਕਰਦੇ ਹੋਏ ਕੱਲ 2828 ਏਕੜ ਜ਼ਮੀਨ ਮੋਹਾਲੀ ਜ਼ਿਲ੍ਹੇ ਦੇ ਮਾਜਰੀ ਬਲਾਕ 'ਚ ਛੁਡਵਾਈ ਗਈ ਹੈ। ਔਰ ਇਸ ਜ਼ਮੀਨ 'ਚ ਕਬਜ਼ਾਧਾਰੀਆਂ 'ਚ ਵੱਡੇ ਨਾਮ ਹੈ, ਜਿਹਦੇ 'ਚੋਂ ਇੱਕ ਅਸਲੀਅਤ ਹੋਰ ਸਾਹਮਣੇ ਆ ਗਈ ਪੰਜਾਬ ਦੇ ਲੋਕਾਂ ਦੇ ਸਾਹਮਣੇ ਕਿ ਜਿਹੜੇ ਮੈਂਬਰ ਪਾਰਲੀਮੈਂਟ ਹੈ ਮਾਨ ਸਾਹਿਬ ਸੰਗਰੂਰ ਤੋਂ, ਸਿਮਰਨਜੀਤ ਸਿੰਘ ਮਾਨ, ਜਿਹੜੇ ਪਿਛਲੇ ਕਈ ਦਿਨਾਂ ਤੋਂ ਸਰਦਾਰ ਸ਼ਹੀਦ ਆਜਮ ਭਗਤ ਸਿੰਘ ਨੂੰ ਗਾਲਾਂ ਕੱਢ ਰਹੇ ਸੀ, ਉਹਨਾਂ ਦਾ ਅਸਲੀ ਚਿਹਰਾ ਵੀ ਬੇਨਕਾਬ ਹੋਇਆ। ਉਹਨਾਂ ਦੇ ਬੇਟੇ ਦੇ ਨਾਂ ਵੀ, ਉਹਨਾਂ ਦੇ ਬੇਟੇ ਵੱਲੋਂ ਵੀ ਕਬਜ਼ੇ ਸੀ ਜ਼ਮੀਨ ਇੱਥੇ 125 ਏਕੜ, ਔਰ ਉਹਨਾਂ ਦੇ ਜਵਾਈ ਤੇ ਧੀ ਤੇ ਜਿਹੜੇ ਬਾਕੀ ਰਿਸ਼ਤੇਦਾਰਾਂ ਵੱਲੋਂ ਵੀ ਕਈ ਏਕੜ ਜ਼ਮੀਨਾਂ ਜਿਹੜੀਆਂ ਆ ਪੰਜਾਬ ਸਰਕਾਰ ਦੀਆਂ ਸਰਕਾਰੀ ਜ਼ਮੀਨਾਂ, ਪੰਚਾਇਤੀ ਜ਼ਮੀਨਾਂ ਦਬਾਈਆਂ ਹੋਈਆਂ ਸੀ, ਕਬਜ਼ੇ ਕੀਤੇ ਹੋਏ ਸੀ। ਇਹ ਅਸਲੀਅਤ ਹੈ ਲੋਕਾਂ ਦੀ। ਸੋ ਮੇਰਾ ਤਾਂ ਇਸ ਵੇਲੇ ਸਿੱਧੀਆਂ ਤਸਵੀਰਾਂ ਅਸੀਂ ਵੇਖ ਰਹੇ ਰਾਜਾ ਵੜਿੰਗ ਮਿਲਨ ਪਹੁੰਚੇ ਨੇ। ਦੱਸ ਦਈਏ ਕਿ ਇਹ ਰੀਜਨਲ ਸਪਾਈਨਲ ਐਂਡ ਇੰਜਰੀ ਸੈਂਟਰ ਹੈ ਮੋਹਾਲੀ ਸੈਕਟਰ 70 ਦੇ ਵਿੱਚ, ਜਿੱਥੇ ਕਿ ਆਪਰੇਸ਼ਨ ਉਹਨਾਂ ਦਾ ਕਹਿਣਾ ਕਿ ਇੱਕ ਕਰ ਚੁੱਕੇ ਹਾਂ ਮੈਂ ਔਰ ਦੂਸਰਾ ਕਰਨਾ ਜੇ ਬਾਕੀ ਹੈ। ਸੋ ਦੱਸੀਏ ਕਿ ਸ਼ਨੀਵਾਰ ਨੂੰ ਇੱਥੇ ਸੇਵਾਵਾਂ ਦੇ ਰਹੇ ਨੇ। ਇਸ ਦਾ ਜ਼ਿਕਰ ਜਿਹੜਾ ਉਹਨਾਂ ਨੇ ਕੀਤਾ। ਔਰ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਡਾਕਟਰ ਰਾਜ ਬਹਾਦਰ ਨੇ ਦੱਸਿਆ ਨਿਊਜ਼ 18 ਦੇ ਨਾਲ ਗੱਲਬਾਤ ਕਰਦੇ ਕਿ CM ਦੇ ਵੱਲੋਂ ਅਪੋਲੋਜਾਈਜ਼ ਕੀਤਾ ਗਿਆ, ਯਾਨੀ ਕਿ ਮਾਫੀ ਮੰਗੀ ਗਈ ਹੈ ਉਹਨਾਂ ਤੇ, ਔਰ ਉਹਨਾਂ ਦੇ ਵੱਲੋਂ ਜੋ ਅਸਤੀਫਾ ਦਿੱਤਾ ਗਿਆ ਉਹਨਾਂ ਦਾ ਆਪਣਾ ਨਿੱਜੀ ਫੈਸਲਾ ਹੋ ਰਿਹਾ ਕਿ ਉਹ ਇਹ ਨਹੀਂ ਕਹਿੰਦੇ ਕਿ ਜਿਹੜੀ ਮਾਫੀ ਹੈ ਉਹ ਸਿਹਤ ਮੰਤਰੀ ਮੰਗਣ, ਪਰ ਇਹ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ CM ਦੇ ਵੱਲੋਂ ਮਾਫੀ ਮੰਗ ਲਈ ਗਈ ਹੈ। ਇਸ ਵੇਲੇ ਦੀ ਵੱਡੀ ਖਬਰ ਜਾਂ ਕਹਿ ਲਈਏ ਇਸ ਮਾਮਲੇ ਦੇ ਵਿੱਚ ਅਪਡੇਟ, ਜਿਸ ਤਰ੍ਹਾਂ ਦੇ ਨਾਲ ਇਹ ਮਾਮਲਾ ਲਗਾਤਾਰ ਪੱਖਿਆ ਹੋਇਆ ਸੀ, ਲਗਾਤਾਰ ਦੋ ਤਸਵੀਰਾਂ ਸਾਹਮਣੇ ਆਈਆਂ ਔਰ ਹੁਣ ਪਹਿਲੀ ਗੱਲਬਾਤ ਜਿਹੜੀ ਹੈ ਉਹ VC ਦੀ ਸਾਹਮਣੇ ਆਈ ਹੈ। ਔਰ ਤਸਵੀਰਾਂ ਲਗਾਤਾਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਮੋਹਾਲੀ ਦੇ ਵਿੱਚ ਜਿੱਥੇ ਰਾਜਾ ਵੜਿੰਗ ਮਿਲਨ ਪਹੁੰਚੇ, ਭਾਵੁਕ ਹੁੰਦੇ ਹੋਏ ਕਾਫੀ ਨਜ਼ਰ ਆਏ ਨੇ VC
VC ਔਰ ਉਹਨਾਂ ਦਾ ਕਹਿਣਾ ਕਿ ਮੈਂ ਪੇਨ ਦੇ ਵਿੱਚ ਹਾਂ। ਜਦੋਂ ਪਹਿਲਾ ਰਿਐਕਸ਼ਨ ਉਹਨਾਂ ਦਾ ਸਾਹਮਣੇ ਆਇਆ ਤਾਂ ਉਹਨਾਂ ਦਾ ਕਹਿਣਾ ਕਿ ਮੈਂ ਇਸ ਵੇਲੇ ਦੁੱਖ ਦੇ ਵਿੱਚ ਹਾਂ, ਬਹੁਤ ਮੈਨੂੰ ਦੁੱਖ ਹੋਇਆ ਕਿ ਜੋ ਵੀ ਵਾਪਰਿਆ ਕੱਲ। ਹਾਲਾਂਕਿ ਸਾਰਾ ਮਾਮਲਾ ਉਹਨਾਂ ਨੇ ਦੱਸਿਆ ਕਿ ਕੀ ਸੀ, ਮੈਂ ਮੌਕੇ ਤੇ ਮੌਜੂਦ ਸੀ, ਇੰਸਟੀਚਿਊਟ ਦਾ ਹੈਡ ਹੋਣ ਦੇ ਨਾਤੇ ਮੈਂ ਉੱਥੇ ਸੀ, ਪਰ ਇਹ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਉਹ ਮੇਰੀ ਨਹੀਂ ਬਣਦੀ। ਜੇਕਰ ਮੈਨੂੰ ਲਿਖਤੀ ਮੈਂ ਅੱਜ ਪੜ੍ਹ ਰਿਹਾ ਸੀ ਐਜੂਕੇਸ਼ਨ ਕੁਆਲੀਫਿਕੇਸ਼ਨ ਕੀ ਕੰਮ 32 ਪੇਜਾਂ ਦਾ ਮੈਂ ਸਮਝਦਾ ਕਿ ਜਿਹੜੇ ਆ ਜੋ ਇਹਨਾਂ ਨੇ ਕੰਮ ਕੀਤੇ, ਕਾਰਜ ਕੀਤੇ। ਅੱਜ ਸੈਟਰਡੇ ਹੈ, ਅੱਜ ਮੈਂ ਵੇਖਿਆ ਉਹਨਾਂ ਨੂੰ ਕਿ ਸਾਦਗੀ ਦੇ ਨਾਲ, ਤੁਸੀਂ ਵੇਖਿਆ ਹੋਣਾ ਡਾਕਟਰ ਸਾਹਿਬ ਦੇ ਪੈਰਾਂ 'ਚ ਚੱਪਲਾਂ ਭਾਵੇਂ 50 ਲੱਖ ਦੀਆਂ ਪਾਈਆਂ ਹੁਣ 10 ਲੱਖ ਦੀਆਂ ਪਾਈਆਂ, ਉਹ ਮੈਟਰ ਨਹੀਂ ਕਰਦੀਆਂ, ਲੇਕਿਨ ਲੋਕਾਂ ਨੂੰ ਮੈਟਰ ਕਰਦਾ ਹੈ ਕਿ ਡਾਕਟਰ ਰਾਜ ਬਹਾਦਰ ਜੀ ਦੇ ਹੱਥ ਦੀ ਸ਼ਫਾ, ਕਿ ਉਹ ਉਹਨਾਂ ਦਾ ਤਜਰਬਾ ਇਹ ਕਹਿ ਰਿਹਾ ਹੈ ਵੀ ਕਿਸੇ ਦਾ ਵੀ ਇਲਾਜ ਕਰ ਦਿੰਦੇ ਆ ਜਾਂ ਦੇਖ ਲੈਂਦੇ ਆ, ਲੋਕ ਰਾਹਤ ਮਹਿਸੂਸ ਕਰਦੇ ਨੇ। ਵੱਡੀਆਂ ਲੋਕ ਵਿਚਾਰੇ ਜਿਨ੍ਹਾਂ ਨੂੰ ਕਿਤੋਂ ਇਲਾਜ ਨਹੀਂ ਹੁੰਦਾ, ਉਹ ਰਾਜ ਬਹਾਦਰ ਜੀ ਆਪਦੇ ਤਜਰਬੇ ਦੇ ਮੁਤਾਬਕ ਉਹਨਾਂ ਨੂੰ ਠੀਕ ਕਰਦੇ ਨੇ। ਕਈ ਲੋਕਾਂ ਨੇ ਸਾਡੇ ਗਿੱਦੜਬਾਹਾ ਹਲਕੇ ਦੇ ਵਿੱਚ ਡਾਕਟਰ ਰਾਜ ਬਹਾਦਰ ਜੀ ਦੀਆਂ ਆਪਦੇ ਘਰਾਂ ਵਿੱਚ ਫੋਟੋਆਂ ਲਾਈਆਂ, ਜਿਹੜੀਆਂ ਮੈਂ ਅੱਖਾਂ ਨਾਲ ਵੇਖੀਆਂ। ਦੇ ਫੀਲ ਕਿ ਸਾਡੇ ਬੱਚੇ ਨੂੰ ਚੱਲਣ ਲਾਤਾ, ਸਾਡੇ ਬਾਪ ਨੂੰ ਤੁਰਨ ਲਾਤਾ। ਕੱਟ ਮਾਰ ਕੇ ਪਲੇ ਆਊਟ ਦਿਓ ਸਟਾਰਟਿੰਗ ਤੋਂ, ਉਰੇ ਆਂਦੇ ਤੋਂ ਲੈ ਕੇ ਸਾਰਾ। ਸੋ ਬਿਲਕੁਲ ਗੱਲਬਾਤ ਕਰ ਰਹੇ ਸਨ ਰਾਜਾ ਵੜਿੰਗ, ਪਰ ਇਸ ਵੇਲੇ ਦੀ ਅਹਿਮ ਜਾਣਕਾਰੀ ਤੁਹਾਨੂੰ ਦੇ ਦਈਏ। ਮਾਮਲਾ ਕੱਲ ਤੋਂ ਪੱਖਿਆ ਹੋਇਆ ਸੀ ਤਾਂ ਰਾਜਾ ਵੜਿੰਗ ਮਿਲਣ ਪਹੁੰਚੇ ਤਾਂ ਉਸ ਸਮੇਂ ਪਹਿਲੀ ਤਸਵੀਰ ਉਸ ਸਾਰੇ ਕਿੱਸੇ ਤੋਂ ਬਾਅਦ ਜਿਹੜੀ ਹੈ VC ਦੀ ਸਾਹਮਣੇ ਆਈ। ਕਾਫੀ ਭਾਵੁਕ ਹੁੰਦੇ, ਲਗਾਤਾਰ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਅਸੀਂ ਵੇਖ ਪਾ ਰਹੇ ਸੀ ਕਿ ਲਗਾਤਾਰ ਉਹਨਾਂ ਦੀਆਂ ਅੱਖਾਂ 'ਚ ਹੰਝੂ ਸੀਗੇ। ਉਹਨਾਂ ਦਾ ਕਹਿਣਾ ਸੀ ਕਿ ਮੈਂ ਇਸ ਵੇਲੇ ਦੁੱਖ 'ਚ, ਪਰ ਉਹ ਜਾਣਕਾਰੀ ਉਹਨਾਂ ਨੇ ਜ਼ਰੂਰ ਦਿੱਤੀ ਹੈ ਨਿਊਜ਼ 18 ਪੰਜਾਬ ਨੂੰ ਕਿ ਆਖਰਕਾਰ CM ਦੇ ਵੱਲੋਂ ਅਪੋਲੋਜਾਈਜ਼ ਕੀਤਾ ਗਿਆ, ਕਿਉਂਕਿ ਅਸਤੀਫਾ ਜਿਹੜਾ ਉਹ ਨਾਲੋਂ ਨਾਲ ਦੇ ਦਿੱਤਾ ਗਿਆ। ਸਵੇਰ ਵੇਲੇ ਜਾਣਕਾਰੀ ਆਈ ਹੈ ਕਿ ਸਵੇਰੇ 7:30 ਵਜੇ ਦੇ ਕਰੀਬ ਜਿਹੜਾ ਅਸਤੀਫੇ ਦੀ ਜਾਣਕਾਰੀ ਪਹੁੰਚਦੀ ਹੈ ਕਿ VC ਅਸਤੀਫਾ ਦੇ ਚੁੱਕੇ ਨੇ। ਉਸ ਤੋਂ ਬਾਅਦ 2 ਹੋਰ ਅਸਤੀਫੇ ਆਉਂਦੇ ਨੇ, ਪਰ ਹੁਣ ਉਹ ਕਾਫੀ ਜ਼ਿਆਦਾ ਭਾਵੁਕ ਨੇ। ਉਹਨਾਂ ਦਾ ਕਹਿਣਾ ਹੈ ਕਿ ਮੇਰੇ ਤੋਂ ਜਿਹੜਾ ਮਾਫੀ ਮੰਗੀ ਗਈ ਹੈ, CM ਭਗਵੰਤ ਮਾਨ ਨੇ ਮਾਫੀ ਮੰਗੀ ਹੈ, ਪਰ ਇਹ ਵੀ ਉਹ ਜ਼ਿਕਰ ਕਰਦੇ ਹੋਏ ਨਜ਼ਰ ਆਏ ਕਿ ਜੇਕਰ ਮੈਨੂੰ ਲਿਖਤੀ ਤੌਰ ਤੇ ਦਿੱਤਾ ਹੁੰਦਾ ਤਾਂ ਸਾਰੇ ਕੰਮਕਾਰ ਹੋ ਜਾਣੇ ਸੀ। ਔਰ ਇੱਕ ਹੋਰ ਖਾਸ ਜ਼ਿਕਰ ਉਹਨਾਂ ਨੇ ਕੀਤਾ ਕਿ ਜੇਕਰ ਕੋਈ ਵੀ ਚੀਜ਼ ਹਸਪਤਾਲ ਦੇ ਵਿੱਚ ਆਉਣੀ ਹੈ, ਯਾਨੀ ਕਿ ਬੰਦੋਬਸਤ ਨੂੰ ਲੈ ਕੇ ਜੋ ਸ਼ਿਕਾਇਤ ਸੀ ਸਿਹਤ ਮੰਤਰੀ ਨੂੰ, ਤਾਂ ਉਸ ਦੇ ਵਿੱਚ ਸਮਾਂ ਲੱਗਦਾ ਹੁੰਦਾ ਹੈ। 9 ਮਹੀਨੇ ਦਾ ਉਹਨਾਂ ਨੇ ਜ਼ਿਕਰ ਕੀਤਾ ਕਿ ਘੱਟੋ ਘੱਟ ਸਮਾਂ ਲੱਗਦਾ, ਪਰ ਇਹ ਮਾਮਲਾ ਕਾਫੀ ਪੱਕਦਾ ਹੋਇਆ ਨਜ਼ਰ ਆ ਰਿਹਾ ਹੈ। ਰਾਜਾ ਵੜਿੰਗ ਖੁਦ ਪਹੁੰਚੇ ਨੇ ਮੋਹਾਲੀ ਦੇ ਵਿੱਚ, ਜਿੱਥੇ ਉਹਨਾਂ ਦੇ ਵੱਲੋਂ ਆਪਣਾ ਕੰਮਕਾਰ ਕੀਤਾ ਜਾ ਰਿਹਾ ਸੀ, ਆਪਰੇਸ਼ਨ ਕੀਤੇ ਜਾ ਰਹੇ ਨੇ। ਉਸ ਮੌਕੇ ਤੇ ਉਹ ਮਿਲਣ ਪਹੁੰਚੇ ਤਾਂ ਇਹ ਸਿੱਧੀਆਂ ਤਸਵੀਰਾਂ ਜਿਹੜੀਆਂ ਨੇ ਅਸੀਂ ਵੇਖ ਪਾ ਰਹੇ ਹਾਂ ਕਿ ਆਖਰਕਾਰ ਹੁਣ ਤੋਂ ਕੁਝ ਮਿੰਟ ਪਹਿਲਾਂ ਦੀਆਂ ਤਸਵੀਰਾਂ ਨੇ, ਜਿੱਥੇ ਮੁਲਾਕਾਤ ਕੀਤੀ, ਪੈਰੀ ਹੱਥ ਲਗਾਏ ਰਾਜਾ ਵੜਿੰਗ ਨੇ VC ਦੇ, ਔਰ ਇਹ ਕਿਹਾ ਕਿ ਸਾਡੇ ਬਾਪ ਸਮਾਨ ਨੇ। ਬਹੁਤ ਲੋਕਾਂ ਨੂੰ ਉਹਨਾਂ ਨੇ ਜਿਹੜਾ ਸਿਹਤ ਯਾਬ ਕੀਤਾ ਹੈ, ਬਹੁਤ ਲੋਕਾਂ ਦੇ ਆਪਰੇਸ਼ਨ ਕੀਤੇ ਨੇ, ਉਹਨਾਂ ਨੇ ਘਰਾਂ ਦੇ ਵਿੱਚ ਆਪਣੇ ਫੋਟੋਆਂ ਲਗਾਈਆਂ ਹੋਈਆਂ ਨੇ, ਤਾਂ ਸੁਭਾਵਿਕ ਤੌਰ ਤੇ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ। ਰਾਜਾ ਵੜਿੰਗ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਸਿਹਤ ਮੰਤਰੀ ਮਾਫੀ ਮੰਗਣ। ਇੱਕ ਵਾਰ ਪੁੱਛਣਾ ਚਾਹਾਂਗਾ, ਹੋਇਆ ਕੀ ਸੀਗਾ? ਤੁਸੀਂ ਕਹਿ ਰਹੇ ਹੋ ਅੱਖਾਂ ਤੁਹਾਡੀਆਂ ਭਰੀਆਂ ਹੋਈਆਂ, ਦੁੱਖ ਹੈ ਵੀ ਇੰਨਾ ਨਹੀਂ ਕਰਨਾ ਚਾਹੀਦਾ ਤੁਹਾਨੂੰ। ਹੋਇਆ ਕੀ ਸੀਗਾ ਜੀ ਕੱਲ? नहीं भाई अननेसेसरी टाइट में भी क्यों है, मैट्रेस क्यों खराब है, AC क्यों खराब है, फर्नीचर क्यों खराब है। ਤੁਹਾਡਾ ਇੰਨਾ ਲੰਬਾ ਤਜਰਬਾ ਹੈ, ਤੁਹਾਡੀ ਪ੍ਰੋਫਾਈਲ ਮੈਂ ਦੇਖੀ USA UK, ਇੰਨਾ ਲੰਬਾ ਤਜਰਬਾ ਹੈ, ਦੁੱਖ ਲੱਗਦਾ ਹੈ, ਤੁਸੀਂ ਹੁਣ ਵੀ ਰੋ ਰਹੇ ਹੋ। चलो इमोशनल है, वैसे कोई गल नहीं, आई एम फाइन। मैं मरीज देख रहा ऑपरेट कर रहे हैं, मैं एक ऑपरेशन कर चुके ही करना मैं। ਰੈਜ਼ਿਗਨੇਸ਼ਨ ਤੁਸੀਂ ਦਿੱਤਾ, ਕਿਆ ਵਾਪਸ ਲਓਗੇ ਜੇ ਮਾਫੀ ਮੰਗਣ ਮੰਤਰੀ? नहीं नहीं, मैं CM ਨੂੰ ਸਿਰਫ ਦੱਸਿਆ, CM ਨੂੰ ਕਿਹਾ ਮੈਂ ਕਿ ਵੀ ਇਦਾਂ ਦੀ ਗੱਲ ਹੈ, ਬਾਕੀ ਹੋਰ ਕੁਝ ਨਹੀਂ ਕਿਹਾ। ਉਹਨਾਂ ਨੇ ਕੀ ਕਿਹਾ? CM ਨੇ ਕੀ ਕਿਹਾ? CM ਨੇ ਅਪੋਲੋਜਾਈਜ਼ ਕੀਤਾ ਮੈਨੂੰ। CM ਨੇ ਮਾਫੀ ਮੰਗੀ ਹੈ, ਤੇ ਤੁਸੀਂ ਹੁਣ ਕੀ ਸੋਚਿਆ ਹੈ ਕਿ ਕਿਆ ਕਿਆ ਉਹਨੂੰ ਲਿਖ ਕੇ ਦਿੱਤਾ, ਮੈਂ ਕਿ ਜੀ ਇਦਾਂ ਦਾ ਵਾਤਾਵਰਨ ਠੀਕ ਨਹੀਂ ਹੈ, ਮੈਂ ਕਿ ਕੰਮ ਕਰਨੇ ਵਾਸਤੇ ਤਾਂ ਵਾਤਾਵਰਨ ਠੀਕ ਨਹੀਂ ਹੈ। ਮੰਤਰੀ ਸਾਹਿਬ ਨੂੰ ਕੀ ਕਹਿਣਾ ਚਾਹੋਗੇ ਜੋ ਕੱਲ ਦਾ ਹੁੰਦਾ ਵਤੀਰਾ ਸਾਹਿਬ, ਕਿਉਂਕਿ ਤੁਹਾਡੇ ਨਾਲ ਹਰ ਕੋਈ ਖੜ ਰਿਹਾ ਹੋਇਆ, ਐਸੋਸੀਏਸ਼ਨਸ ਖੜ ਰਹੀਆਂ, ਲੀਡਰਸ ਖੜ ਰਹੇ ਨੇ। ਮੰਤਰੀਆਂ ਨੂੰ ਤਾਂ ਸਪੋਰਟ ਕਰਨੀ ਚਾਹੀਦੀ ਹੈਲਥ ਸਿਸਟਮ ਨੂੰ ਇੰਪਰੂਵ ਕਰਨ ਵਾਸਤੇ। ਜੋ ਕੁਝ ਅਸੀਂ ਸਲਾਹ ਦੇਵਾਂਗੇ, ਜੋ ਕੁਝ ਕਹਿਣਗੇ, ਉਹ ਉਹਨਾਂ ਨੂੰ ਮਦਦ ਕਰਨੀ ਚਾਹੀਦੀ ਸਾਡੀ। ਕੱਲ ਜ਼ਿੰਮੇਵਾਰੀ ਕਿਸ ਦੀ ਬਣੀ? ਤੁਸੀਂ ਕਿਹਾ ਸੁਪਰੀਡੈਂਟ ਦੀ ਜ਼ਿੰਮੇਵਾਰੀ ਬਣੀ। ਜਿਹੜੀ ਹਸਪੀਟਲ ਦੀ ਪ੍ਰੋਕਿਉਰਮੈਂਟ ਹੁੰਦੀ, ਮੈਂ ਤਾਂ ਅਪਰੂਵ ਕਰਨੀ ਹੈ ਚੀਜ਼ਾਂ। ਮੈਨੂੰ ਕਹਿਣ ਜੀ ਵੀ 1000 ਮੈਟਰਸ ਲੈਣੇ, ਮੈਂ 1000 ਮੈਟਰਸ ਅਪਰੂਵ ਕਰੂੰਗਾ। ਕੋਈ ਵੀ ਚੀਜ਼, ਜਿਹੜੀ ਚੀਜ਼ ਖਰੀਦਣੇ ਵਾਸਤੇ ਹਸਪਤਾਲ 'ਚ ਤਕਰੀਬਨ 9 ਮਹੀਨੇ ਲੱਗਦੇ। ਹਿੰਦੁਸਤਾਨ 'ਚ ਜੇ ਅਸੀਂ ਪ੍ਰੋਪਰ ਤਰੀਕੇ ਨਾਲ ਚੀਜ਼ ਖਰੀਦਣੀ ਹੋਵੇ, ਉਹਦੇ 9 ਮਹੀਨੇ ਲੱਗਦੇ। ਪੈਨਸਲ ਵੀ ਖਰੀਦਣੀ ਹੋਵੇ ਤਾਂ 9 ਮਹੀਨੇ ਲੱਗਦੇ। ਤਾਂ ਅਸੀਂ ਮੈਟਰਸ ਦਾ ਆਰਡਰ ਪਲੇਸ ਹੋਣੇ ਵਾਲਾ ਥਾ, ਸਾਰੀ ਰਿਪਲੇਸ ਹੋ ਜਾਣੀ ਹੈ। ਔਰ 1100 ਦੀ 1100 ਮੈਟਰਸ ਜਿਹੜੀਆਂ ਉਹ ਖਰਾਬ ਨਹੀਂ ਹੈ, ਕੋਈ ਮੈਟਰਸ ਖਰਾਬ ਹੈ, ਪਰ ਉਹ ਤਾਂ ਉਹੀ ਦੇਖਣਾ ਚਾਹੁੰਦੇ ਸੀ ਜਿਹੜੀ ਖਰਾਬ ਸੀ। ਨਹੀਂ ਤਜਰਬਾ ਸੀਗਾ ਉਹਨਾਂ ਨੂੰ, ਮੰਨਦੇ ਹੋ ਕਿ ਇਹ ਇਸ ਤਰੀਕੇ ਦੇ ਨਾਲ? ਕਿਉਂਕਿ ਨਹੀਂ ਤੇ ਮੇਰੇ ਨਾਲ ਆ ਕੇ ਗੱਲ ਕਰਦੇ ਤਾਂ ਮੈਂ ਦੱਸ ਦਿੰਦਾ ਵੀ ਜਿਹੜੀ ਇਹ ਸਾਡੀਆਂ ਖਾਮੀਆਂ ਜੀ, ਸਾਨੂੰ ਕੋਈ ਤੇ ਖਾਮੀ ਦੱਸਣੀ, ਤੇ ਮਿਨਿਸਟਰ ਨੂੰ ਨਹੀਂ ਦੱਸਣੀ ਖਾਮੀ, ਤਾਂ ਕਿਹਨੂੰ ਦੱਸੋਗੇ ਤੁਸੀਂ?
ਖਾਮੀਆਂ ਤਾਂ ਦੂਰ ਉਹਨਾਂ ਦੇ ਕਰਾਉਣੀ, ਪੈਸੇ ਉਹਨਾਂ ਤੇ ਮੰਗਣੇ ਅਸੀਂ। ਅੱਛਾ, ਜਿਹੜੇ ਲੋਕ ਤੁਹਾਨੂੰ ਉੱਥੇ ਬਤੌਰ ਪੇਸ਼ੈਂਟ ਦੇਖ ਰਹੇ ਸੀਗੇ, ਪੇਸ਼ੈਂਟ ਤੁਹਾਡੇ ਕੋਲ ਆਉਂਦੇ ਨੇ, ਉਹਨਾਂ ਨੂੰ ਵੀ ਕਿਉਂਕਿ ਇਹ ਹੈ ਕਿ ਤੁਸੀਂ ਅਸਤੀਫਾ ਦੇਗੇ ਔਰ ਕਿਆ ਦੁਬਾਰਾ ਜਾਓਗੇ ਜਾਂ ਉੱਥੇ ਵੀਸੀ ਦੁਬਾਰਾ? ਸਰ ਇਹ ਤਾਂ ਸਰਕਾਰ ਨੇ ਫੈਸਲਾ ਕਰਨਾ ਹੈ, ਇਹ ਤਾਂ ਸਰਕਾਰ ਦਾ ਫੈਸਲਾ। ਚਾਹੁੰਦੇ ਹੋ ਕਿ ਮੰਤਰੀ ਮਾਫੀ ਮੰਗਣ? ਜੋ ਨਹੀਂ, ਮੈਂ ਇਦਾਂ ਦੀ ਗੱਲ ਨਹੀਂ ਕਹਿ ਰਹੀ, ਮੈਂ ਕੋਈ ਨਹੀਂ ਇਦਾਂ ਕਹਿ ਰਿਹਾ, ਮੈਂ ਤਾਂ ਸਿਰਫ ਇਹ ਕਹਿ ਰਿਹਾ ਮੈਂ ਸਰਕਾਰ ਨੂੰ ਦੱਸਦਾ ਮੈਂ ਮਾਫੀ ਮੰਗ। ਚਲੋ ਥੈਂਕ ਯੂ। ਤੇ ਰਾਜ ਬਹਾਦਰ ਹੋਣੀ ਦੱਸ ਰਹੇ ਨੇ ਕਿ ਕੱਲ ਦਾ ਇਨਸੀਡੈਂਸ ਕੀ ਸੀਗਾ, ਮੁੱਖ ਮੰਤਰੀ ਉਹਨਾਂ ਨੇ ਮਾਫੀ ਮੰਗੀ ਹੈ ਔਰ ਤੁਸੀਂ ਦੇਖੋ ਕਿ ਰਾਜਾ ਵੜਿੰਗ ਹੋਣੀ ਕੋਈ ਗੱਲ ਨਹੀਂ, ਆਪਾਂ ਬਾਹਰ ਦਿੰਦੇ ਹਾਂ। ਤਾਂ ਰਾਜਾ ਵੜਿੰਗ ਹੋਣੀ ਪਹੁੰਚੇ ਨੇ, ਮੁਲਾਕਾਤ ਜਿਹੜੀ ਹੈ ਉਹ ਕੀਤੀ ਹੈ ਔਰ ਪੇਸ਼ੈਂਟ ਜਿਹੜੇ ਨੇ ਉਹ ਉਹਨਾਂ ਨੂੰ ਵੇਖ ਰਹੇ ਨੇ। ਕੈਮਰਾਮੈਨ ਅਮਨਦੀਪ ਦੇ ਨਾਲ ਅਮਨ ਭਾਰਦਵਾਜ, ਨਿਊਜ਼ 18 ਮੋਹਾਲੀ। ਤਾਂ ਸੀਐਮ ਨੇ ਮਾਫੀ ਮੰਗੀ ਹੈ। ਡਾਕਟਰ ਰਾਜ ਬਹਾਦੁਰ ਨੇ ਦੱਸਿਆ ਕਿ ਮਾਫੀ ਮੰਗੀ ਗਈ, ਅਪੋਲੋਜਾਈਜ਼ ਕੀਤਾ ਗਿਆ ਔਰ ਮੈਂ ਉਹਨਾਂ ਨੂੰ ਲਿਖ ਕੇ ਦੇ ਦਿੱਤਾ ਕਿ ਇਸ ਤਰ੍ਹਾਂ ਦਾ ਵਾਤਾਵਰਣ ਠੀਕ ਨਹੀਂ ਹੈ, ਕੰਮਕਾਰ ਦੇ ਲਈ ਠੀਕ ਨਹੀਂ ਹੈ। ਇਹ ਕਮੈਂਟ ਕਰ ਰਿਹਾ ਕਿ ਕਿਸੇ ਨੇ ਕਿਹਾ ਕਿ ਸਾਡੇ ਵਾਸਤੇ ਤਾਂ ਰੱਬ ਹੈ ਰਾਜ ਬਹਾਦਰ ਜੀ, ਜਿਨ੍ਹਾਂ ਨੇ ਸਾਡੀ ਜਾਨ ਬਚਾਈ ਹੈ, ਜਿਨ੍ਹਾਂ ਨੇ ਸਾਨੂੰ ਤੁਰਨ ਫਿਰਨ ਲਾਤਾ। ਇਹ ਲੋਕਾਂ ਦਾ ਪਿਆਰ ਹੈ। ਤੁਸੀਂ ਇਹ ਬੇਸ਼ੱਕ ਇਹ ਹੋਇਆ, ਲੇਕਿਨ ਉਦੋਂ ਜ਼ਿਆਦਾ ਤਕੜੇ ਤਰੀਕੇ ਦੇ ਨਾਲ ਉਹ ਹੋਇਆ, ਲੋਕਾਂ ਨੇ ਸਪੋਰਟ ਕੀਤਾ, ਪਿਆਰ ਕੀਤਾ, ਬਹੁਤ ਅੱਛਾ। ਥੈਂਕ ਯੂ ਸੋ ਮਚ। ਉਹ ਤੁਹਾਨੂੰ ਨਹੀਂ, ਤੁਸੀਂ ਜੋ ਤੁਸੀਂ ਕੀਤਾ ਹੈ ਅਸੀਂ ਤਾਂ ਉਹ ਕਰ ਹੀ ਨਹੀਂ ਸਕਦੇ। ਸਾਰੇ ਪੇਸ਼ੈਂਟ ਦੀ ਗੱਲਾਂ ਕਰਦੇ ਨੇ, ਪੂਰੇ ਪੰਜਾਬ 'ਚ ਇਹ ਗੱਲ ਹੈ ਅੱਜ ਕਿ ਜੋ ਤੁਸੀਂ ਕੀਤਾ ਉਹ ਕੋਈ ਨਹੀਂ ਹੋਰ ਕਰ ਸਕਦਾ। ਕੋਵਿਡ 'ਚ ਕੀ ਕੀਤਾ, ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ, ਤੁਸੀਂ ਕਿੱਦਾਂ ਲੜੇ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ। ਇਸ ਕਰਕੇ ਤੁਹਾਡੇ ਜਜ਼ਬੇ ਨੂੰ ਸਲਾਮ ਬਾਈ ਗੋਡ। ਔਰ ਕਮਾਲ ਦੇ ਅਸੀਂ ਤਾਂ ਐਵੇਂ, ਸਾਡੇ ਵਰਗੇ ਤਾਂ ਕਈ ਵਾਰੀ ਲੋਕ ਆਪਦੀ ਵਾਹਵਾ ਦੀ ਮਾਰੇ ਇੱਧਰ ਉੱਧਰ ਦੀਆਂ ਗੱਲਾਂ ਕਰ ਲੈਂਦੇ, ਲੇਕਿਨ ਆਹ ਜਜ਼ਬਾ ਹੈ ਜਿਹੜਾ ਸ਼ਨੀਵਾਰ ਨੂੰ ਲੋਕਾਂ ਦੇ ਮੁਫਤ ਹਜ਼ਾਰਾਂ ਲੋਕ ਅੱਜ ਦੇਖੇ ਅਸੀਂ ਜਿਹੜੇ ਥੱਲੇ ਕਮੈਂਟ ਕਰ ਰਹੇ ਕਿ ਕਿਸੇ ਨੇ ਕਿਹਾ ਕਿ ਸਾਡੇ ਵਾਸਤੇ ਤਾਂ ਰੱਬ ਹੈ ਰਾਜ ਬਹਾਦਰ ਜੀ, ਜਿਨ੍ਹਾਂ ਨੇ ਸਾਡੀ ਜਾਨ ਬਚਾਈ ਹੈ, ਜਿਨ੍ਹਾਂ ਨੇ ਸਾਨੂੰ ਤੁਰਨ ਫਿਰਨ ਲਾਤਾ। ਇਹ ਲੋਕਾਂ ਦਾ ਪਿਆਰ ਹੈ। ਤੁਸੀਂ ਇਹ ਬੇਸ਼ੱਕ ਇਹ ਹੋਇਆ, ਲੇਕਿਨ ਉਦੋਂ ਜ਼ਿਆਦਾ ਤਕੜੇ ਤਰੀਕੇ ਦੇ ਨਾਲ ਉਹ ਹੋਇਆ, ਲੋਕਾਂ ਨੇ ਸਪੋਰਟ ਕੀਤਾ, ਪਿਆਰ ਕੀਤਾ, ਬਹੁਤ ਅੱਛਾ। ਥੈਂਕ ਯੂ ਸੋ ਮਚ। ਉਹ ਤੁਹਾਨੂੰ ਸੋ ਇੱਥੇ ਦੋ ਚੀਜ਼ਾਂ ਅਹਿਮ ਨੇ ਇਸ ਮਾਮਲੇ ਦੇ ਵਿੱਚ। ਜਿੱਥੇ ਮਾਮਲਾ ਭਖਿਆ ਤਾਂ ਉੱਥੇ ਹੀ ਪਹਿਲਾ ਬਿਆਨ ਜਦੋਂ ਵੀਸੀ ਦਾ ਸਾਹਮਣੇ ਆਉਂਦਾ ਹੈ ਤਾਂ ਉਹ ਪਹਿਲਾਂ ਕਹਿੰਦੇ ਨੇ ਕਿ ਸੀਐਮ ਦੇ ਵੱਲੋਂ ਮਾਫੀ ਮੰਗ ਲਈ ਗਈ, ਅਪੋਲੋਜਾਈਜ਼ ਕੀਤਾ ਗਿਆ। ਤਾਂ ਦੂਜਾ ਇਹ ਹੈ ਕਿ ਉਹਨਾਂ ਨੇ ਕਿਹਾ ਕਿ ਇਹ ਮੇਰੀ ਜ਼ਿੰਮੇਵਾਰੀ ਨਹੀਂ ਸੀ, ਮੈਡੀਕਲ ਸੁਪਰਡੈਂਟ ਦੀ ਇਹ ਜ਼ਿੰਮੇਵਾਰੀ ਸੀ। ਸਿੱਧੇ ਤੌਰ ਤੇ ਮੈਂ ਇੱਕ ਇੰਸਟੀਚਿਊਟ ਦਾ ਹੈੱਡ ਹੋਣ ਦੇ ਨਾਤੇ ਉੱਥੇ ਮੌਜੂਦ ਸੀ। ਹਾਂ, ਮੈਨੂੰ ਜੇਕਰ ਕਮੀਆਂ ਲਿਖ ਕੇ ਦਿੱਤੀਆਂ ਜਾਣਗੀਆਂ ਤਾਂ ਉਸ ਤੋਂ ਬਾਅਦ ਮੈਂ ਕੰਮ ਕਰਾਂਗਾ। ਯਾਨੀ ਕਿ ਉਹਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਜੇਕਰ ਅਜਿਹਾ ਹੋਇਆ ਹੈ ਤਾਂ ਮੈਂ ਇਹ ਕਿਹਾ ਉਹਨਾਂ ਨੂੰ ਕਿਹਾ ਮੌਕੇ ਤੇ ਕਿ ਠੀਕ ਹੈ, ਜੇਕਰ ਗੰਦਾ ਬੈੱਡ ਹੈ, ਜੇਕਰ ਮੇਰੇ ਮਰੀਜ਼ ਇੱਥੇ ਪੈਂਦੇ ਨੇ ਤਾਂ ਮੈਂ ਵੀ ਲੇਟ ਸਕਦਾ। ਉਹਨਾਂ ਨੇ ਇਹ ਜ਼ਿਕਰ ਕੀਤਾ ਹੈ ਹੁਣੇ ਔਰ ਉਸ ਤੋਂ ਬਾਅਦ ਉਹ ਲੇਟੇ ਨੇ। ਯਾਨੀ ਕਿ ਸਭ ਨੇ ਵੇਖਿਆ ਉਹ ਤਸਵੀਰਾਂ ਕਿ ਉੱਥੇ ਵਾਕਿਆ ਕੀ ਹੋਇਆ ਸੀ, ਪਰ ਆਪਣੀ ਜ਼ੁਬਾਨੀ ਵੀਸੀ ਦੱਸਦੇ ਹੋਏ ਨਜ਼ਰ ਆਏ ਨੇ ਕਿ ਉੱਥੇ ਆਖਿਰਕਾਰ ਹੋਇਆ ਕੀ ਸੀ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਿਵੇਂ ਇਹ ਸਾਰਾ ਕੁਝ ਸਾਹਮਣੇ ਆਇਆ ਲੋਕਾਂ ਦੇ ਤਾਂ ਉਹਨਾਂ ਨੂੰ ਦੁੱਖ ਹੋਇਆ, ਉਹਨਾਂ ਨੂੰ ਪੇਨ ਦੇ ਵਿੱਚ ਨੇ। ਉਹਨਾਂ ਨੇ ਜ਼ਿਕਰ ਕੀਤਾ ਉਹਨਾਂ ਨੂੰ ਦੁੱਖ ਪਹੁੰਚ ਰਿਹਾ ਹੈ ਔਰ ਉਸ ਤੋਂ ਬਾਅਦ ਉਹ ਕਾਫੀ ਭਾਵੁਕ ਹੋਏ ਨੇ। ਜਦੋਂ ਰਾਜਾ ਵੜਿੰਗ ਗੱਲ ਕਰ ਰਹੇ ਸੀ ਤਾਂ ਉਹਨਾਂ ਨੇ ਕਿਹਾ ਕਿ ਮੈਂ ਇਮੋਸ਼ਨਲ ਹਾਂ, ਉਂਝ ਮੈਂ ਠੀਕ ਹਾਂ, ਪਰ ਮੈਨੂੰ ਇੱਥੇ ਕਾਫੀ ਤਕਲੀਫ ਪਹੁੰਚੀ ਹੈ। ਜਿਸ ਤੋਂ ਬਾਅਦ ਉਹਨਾਂ ਨੇ ਸਾਰਾ ਵਾਕਿਆ ਵੀ ਦੱਸਿਆ, ਪਰ ਉਹ ਦੋ ਜ਼ਿਕਰ ਵੀ ਕੀਤੇ ਜੋ ਕਾਫੀ ਅਹਿਮ ਨੇ, ਕਿਉਂਕਿ ਇੱਕ ਉਹਨਾਂ ਨੇ ਦੱਸਿਆ ਕਿ ਸੀਐਮ ਨੇ ਮਾਫੀ ਮੰਗੀ ਹੈ ਤਾਂ ਦੂਜਾ ਇਹ ਵੀ ਦੱਸਿਆ ਕਿ ਉਹਨਾਂ ਦੀ ਜ਼ਿੰਮੇਵਾਰੀ ਨਹੀਂ, ਹਾਂ ਲਿਖ ਕੇ ਦਿੱਤਾ ਜਾਵੇ ਤਾਂ ਉਸ ਤੋਂ ਬਾਅਦ ਉਹ ਜੇਕਰ ਜ਼ਿੰਮੇਵਾਰੀ ਪੂਰੀ ਨਾ ਕਰਨ ਤਾਂ ਕਿਤੇ ਸਵਾਲ ਹੈ, ਕਿਉਂਕਿ ਉਹ ਨਾਲ ਦੀ ਨਾਲ ਜਿਹੜਾ ਹੈ ਉਹ ਜ਼ਿੰਮੇਵਾਰੀ ਅਦਾ ਕਰਦੇ ਨੇ ਔਰ 9 ਮਹੀਨੇ ਦੇ ਵਿੱਚ ਘੱਟੋ ਘੱਟ ਚੀਜ਼ਾਂ ਦਾ ਇੰਤਜ਼ਾਮ ਹੁੰਦਾ। ਉਸ ਤੋਂ ਜਿਹੜਾ ਇੰਨਾ ਕੁ ਸਮਾਂ ਜ਼ਰੂਰ ਲੱਗਦਾ। ਯਾਨੀ ਕਿ ਆਪਣਾ ਤਰਕ ਰੱਖਿਆ ਉਹਨਾਂ ਨੇ, ਜੇਕਰ ਉੱਥੇ ਗੰਦੇ ਗੱਦੇ ਸੀਗੇ, ਜੇਕਰ ਉੱਥੇ ਇੰਤਜ਼ਾਮਾਤ ਨਹੀਂ ਸੀਗੇ ਤਾਂ ਫਿਰ ਜੋ ਵੀ ਵਤੀਰਾ ਹੋਇਆ ਉਹ ਗਲਤ ਸੀ। ਯਾਨੀ ਕਿ ਕਿਤੇ ਨਾ ਕਿਤੇ ਕਾਫੀ ਨਾਰਾਜ਼ ਨੇ ਵੀਸੀ, ਕਾਫੀ ਖਫਾ ਨੇ, ਕਾਫੀ ਦੁੱਖ ਦੇ ਵਿੱਚ ਨੇ, ਇਮੋਸ਼ਨਲ ਨੇ, ਭਾਵੁਕ ਹੋ ਚੁੱਕੇ ਨੇ। ਔਰ ਰਾਜਾ ਵੜਿੰਗ ਜਦੋਂ ਮੁਲਾਕਾਤ ਕਰਨ ਪਹੁੰਚੇ ਤਾਂ ਉਸ ਸਾਰੇ ਵਾਕਿਏ ਤੋਂ ਬਾਅਦ ਪਹਿਲੀ ਤਸਵੀਰ ਨਿਊਜ਼ 18 ਤੇ ਸਾਹਮਣੇ ਆਈ ਹੈ ਔਰ ਲਗਾਤਾਰ ਇਹ ਤਸਵੀਰਾਂ ਤੁਹਾਨੂੰ ਵਿਖਾ ਰਿਹਾ। ਮੋਹਾਲੀ ਦੇ ਵਿੱਚ ਮੁਲਾਕਾਤ ਦੇ ਲਈ ਪਹੁੰਚੇ ਨੇ ਵੀਸੀ ਦੇ ਨਾਲ ਰਾਜਾ ਵੜਿੰਗ, ਕਿਉਂਕਿ ਲਗਾਤਾਰ ਇੰਤਜ਼ਾਰ ਇਹੀ ਸੀ ਕਿ ਆਖਿਰਕਾਰ ਪਹਿਲਾ ਰਿਐਕਸ਼ਨ ਵੀਸੀ ਦਾ ਸਾਹਮਣੇ ਕੀ ਆਉਂਦਾ। ਜਿਸ ਤਰ੍ਹਾਂ ਦੇ ਨਾਲ ਇਹ ਮਾਮਲਾ ਬੀਤੇ ਦਿਨ ਤੋਂ ਭਖਿਆ ਹੋਇਆ ਸੀ, ਵਿਰੋਧੀ ਲਗਾਤਾਰ ਟਵੀਟ ਕਰ ਰਹੇ ਸਨ, ਲਗਾਤਾਰ ਟਵੀਟ ਕਰਕੇ ਸਵਾਲ ਖੜੇ ਕੀਤੇ ਜਾ ਰਹੇ ਸੀ, ਪਰ ਉੱਤੇ ਹੀ ਦੂਸਰੇ ਪਾਸੇ ਥੋੜੀ ਦੇਰ ਪਹਿਲਾਂ ਆਮ ਆਦਮੀ ਪਾਰਟੀ ਦਾ ਵੀ ਰਿਐਕਸ਼ਨ ਸਾਹਮਣੇ ਆਉਂਦਾ। ਉਹ ਵੀ ਗੱਲਬਾਤ ਕਰਦੇ ਨੇ ਜਦੋਂ ਮਲਵਿੰਦਰ ਕੰਗ ਉਹਨਾਂ ਦਾ ਕਹਿਣਾ ਹੈ ਕਿ
ਠੀਕ ਹੈ, ਇੱਕ ਪਾਸੇ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਜੋ ਉਹਨਾਂ ਦੀਆਂ ਵੱਡੀਆਂ ਉਪਲਬਧੀਆਂ ਨੇ, ਉਹਨਾਂ ਨੇ ਕੋਰੋਨਾ ਦੇ ਸਮੇਂ ਕੰਮ ਕੀਤਾ ਜਾਂ ਫਿਰ ਬਹੁਤ ਸਾਰੇ ਮਰੀਜ਼ ਸਿਹਤਯਾਬ ਕੀਤੇ ਨੇ, ਪਰ ਦੂਸਰੇ ਪਾਸੇ ਜੋ ਵੀ ਹਾਲਾਤ ਬਣੇ ਹੋਏ ਨੇ ਉਹ ਪਿਛਲੀਆਂ ਸਰਕਾਰਾਂ ਦੇ ਕਰਕੇ ਨੇ। ਜੋ ਵੀ ਇੰਤਜ਼ਾਮਾਤ ਨਹੀਂ ਰਹੇ, ਸਿਹਤ ਔਰ ਸਿੱਖਿਆ ਦੋ ਵੱਡੇ ਮੁੱਦੇ ਆਮ ਆਦਮੀ ਪਾਰਟੀ ਦੇ ਇਹ ਜ਼ਿਕਰਯੋਗ ਹੈ ਔਰ ਇਸ ਨੂੰ ਲੈ ਕੇ ਚੋਣਾਂ ਜਿਹੜੀਆਂ ਨੇ ਲੜੀਆਂ ਵੀ ਗਈਆਂ ਔਰ ਬਹੁਤ ਵੱਡੇ ਬਹੁਮਤ ਦੇ ਨਾਲ ਜਿੱਤੀਆਂ ਵੀ ਗਈਆਂ। ਸੋ ਇਸ ਦਾ ਜ਼ਿਕਰ ਉਹ ਵੀ ਉਹ ਕਰਦੇ ਨਜ਼ਰ ਆ ਰਹੇ ਨੇ ਕਿ ਉਸ ਤੇ ਬਲਬੂਤੇ ਤੇ ਲੋਕਾਂ ਨੇ ਸਾਨੂੰ ਪਿਆਰ ਦਿੱਤਾ, ਲੋਕਾਂ ਨੇ ਸਾਨੂੰ ਇਹ ਫਤਵਾ ਦਿੱਤਾ, ਸੋ ਜਿਸ ਤੋਂ ਬਾਅਦ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਸਿਹਤ ਸੁਵਿਧਾਵਾਂ ਨੂੰ ਸਿਹਤਯਾਬ ਕਰਨਾ ਹੈ। ਪਰ ਹੁਣ ਜੇਕਰ ਉੱਥੇ ਕੋਈ ਸਮੱਸਿਆ ਸੀ ਤਾਂ ਸਿਹਤ ਮੰਤਰੀ ਦੇ ਵੱਲੋਂ ਅਜਿਹਾ ਤਾਂ ਕੀਤਾ ਗਿਆ ਕਿਉਂਕਿ ਬਹੁਤ ਹਾਲਾਤ ਉੱਥੇ ਖਰਾਬ ਸਨ। ਪਰ ਹਾਂ, ਜੇਕਰ ਅਜਿਹਾ ਹੋਇਆ ਤਾਂ ਉਹ ਕਿਤੇ ਨਾ ਕਿਤੇ ਗਲਤ ਸੀ। ਜੋ ਵੀ ਹੈ ਮਸਲਾ, ਯਾਨੀ ਕਿ ਆਪਣੇ ਪੱਧਰ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਪੱਖ ਰੱਖਿਆ ਗਿਆ, ਪਰ ਦੂਸਰੇ ਪਾਸੇ ਇਹ ਤਸਵੀਰ ਹੁਣ ਸਾਹਮਣੇ ਆਈ ਹੈ ਜਿੱਥੇ ਵੀਸੀ ਦੇ ਨਾਲ ਮੁਲਾਕਾਤ ਕਰਨ ਦੇ ਲਈ ਰਾਜਾ ਵੜਿੰਗ ਪਹੁੰਚੇ ਨੇ ਔਰ ਉਹਨਾਂ ਦੇ ਵੱਲੋਂ ਹੱਥ ਫੜ ਕੇ, ਰਾਜਾ ਵੜਿੰਗ ਦੇ ਵੱਲੋਂ ਵੀਸੀ ਦਾ ਹੱਥ ਫੜ ਕੇ ਉਹਨਾਂ ਨੂੰ ਭਰੋਸਾ ਦਿੱਤਾ ਗਿਆ, ਕਹਿ ਲਈ ਹੌਸਲਾ ਦਿੱਤਾ ਗਿਆ, ਕਿਉਂਕਿ ਜੋ ਵੀ ਕੁਝ ਹੋਇਆ ਉਹ ਤਸਵੀਰਾਂ ਸਾਹਮਣੇ ਆ ਗਈਆਂ ਸਨ, ਲਗਾਤਾਰ ਕੱਲ ਤੋਂ ਸਭ ਦੇ ਸਾਹਮਣੇ ਨੇ। ਇਸ ਮੌਕੇ ਗੁਰਪ੍ਰੀਤ ਜੀਪੀ ਨਾਲ ਸੀਗੇ ਔਰ ਇਸ ਤੋਂ ਇਲਾਵਾ ਸੰਦੀਪ ਸੰਧੂ ਜਿਹੜੇ ਨੇ ਉਹ ਵੀ ਮੌਕੇ ਤੇ ਮੌਜੂਦ ਸੀਗੇ ਔਰ ਲਗਾਤਾਰ ਤਸਵੀਰਾਂ ਨੇ ਔਰ ਅਮਨ ਭਾਰਦਵਾਜ ਮੌਕੇ ਤੇ ਮੌਜੂਦ ਨੇ। ਲਗਾਤਾਰ ਯਾਰ ਮੁਰੇ ਨਾ ਸੀਰੀਅਸ ਸਾਨੂੰ ਸਾਡੇ ਮਨ ਨੂੰ ਇਹ ਬੜਾ ਨਹੀਂ, ਤੁਸੀਂ ਜੋ ਤੁਸੀਂ ਕੀਤਾ ਹੈ ਅਸੀਂ ਤਾਂ ਉਹ ਕਰ ਹੀ ਨਹੀਂ ਸਕਦੇ। ਸਾਰੇ ਪੇਸ਼ੈਂਟ ਦੀ ਗੱਲਾਂ ਕਰਦੇ ਨੇ, ਪੂਰੇ ਪੰਜਾਬ 'ਚ ਇਹ ਗੱਲ ਹੈ ਅੱਜ ਕਿ ਜੋ ਤੁਸੀਂ ਕੀਤਾ ਉਹ ਕੋਈ ਨਹੀਂ ਹੋਰ ਕਰ ਸਕਦਾ। ਕੋਵਿਡ 'ਚ ਕੀ ਕੀਤਾ, ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ, ਤੁਸੀਂ ਕਿੱਦਾਂ ਲੜੇ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ। ਇਸ ਕਰਕੇ ਤੁਹਾਡੇ ਜਜ਼ਬੇ ਨੂੰ ਸਲਾਮ ਬਾਈ ਗੋਡ ਔਰ ਕਮਾਲ ਦੇ। ਅਸੀਂ ਤਾਂ ਐਵੇਂ ਸਾਡੇ ਵਰਗੇ ਤਾਂ ਕਈ ਵਾਰੀ ਲੋਕ ਆਪਦੀ ਵਾਹਵਾ ਦੀ ਮਾਰੇ ਇੱਧਰ ਉੱਧਰ ਦੀਆਂ ਗੱਲਾਂ ਕਰ ਲੈਂਦੇ, ਲੇਕਿਨ ਆਹ ਜਜ਼ਬਾ ਹੈ ਜਿਹੜਾ ਸ਼ਨੀਵਾਰ ਨੂੰ ਲੋਕਾਂ ਦੇ ਮੁਫਤ ਹਜ਼ਾਰਾਂ ਲੋਕ ਅੱਜ ਦੇਖੇ ਅਸੀਂ ਜਿਹੜੇ ਥੱਲੇ ਕਮੈਂਟ ਕਰ ਰਹੇ ਕਿ ਕਿਸੇ ਨੇ ਕਿਹਾ ਕਿ ਸਾਡੇ ਵਾਸਤੇ ਤਾਂ ਰੱਬ ਹੈ ਰਾਜ ਬਹਾਦਰ ਜੀ, ਜਿਨ੍ਹਾਂ ਨੇ ਸਾਡੀ ਜਾਨ ਬਚਾਈ ਹੈ, ਜਿਨ੍ਹਾਂ ਨੇ ਸਾਨੂੰ ਤੁਰਨ ਫਿਰਨ ਲਾਤਾ। ਇਹ ਲੋਕਾਂ ਦਾ ਪਿਆਰ ਹੈ। ਤੁਸੀਂ ਇਹ ਬੇਸ਼ੱਕ ਇਹ ਹੋਇਆ ਲੇਕਿਨ ਉਦੋਂ ਜ਼ਿਆਦਾ ਤਕੜੇ ਤਰੀਕੇ ਦੇ ਨਾਲ ਉਹ ਹੋਇਆ ਕੰਮ, ਲੋਕਾਂ ਨੇ ਸਪੋਰਟ ਕੀਤਾ, ਪਿਆਰ ਕੀਤਾ, ਬਹੁਤ ਅੱਛਾ। ਥੈਂਕ ਯੂ ਸੋ ਮਚ। ਉਹ ਤੁਹਾਨੂੰ ਸਾਰੇ ਬੰਦੇ ਆ ਜਾ ਚੱਲ ਕਰਨੀ ਨਹੀਂ। ਆ ਦੇਖੋ ਰਾਜਾ ਵੜਿੰਗ ਕਰਕੇ ਥੋੜੇ ਪੈਰੀ ਹੱਥੋਂ ਨੇ ਅਸੀਂ ਥੋੜੇ ਬੱਚੇ ਆ, ਸਾਡੇ ਬਾਪ ਦੇ ਬਰਾਬਰ ਔਰ ਤੁਹਾਨੂੰ ਨਹੀਂ ਪਤਾ ਅੱਜ ਪੰਜਾਬ ਦੇ ਲੋਕਾਂ ਨੇ ਇਸ ਗੱਲ ਨੂੰ ਕਿੰਨਾ ਬੁਰਾ ਮਨਾਇਆ। ਅਸੀਂ ਕੁਛ ਵੀ ਕਿਤੇ ਵੀ ਪਹੁੰਚ ਜਾਈਏ, ਯੂ ਆਰ ਲਾਈਕ ਅ ਫਾਦਰ ਫਿਗਰ ਟੂ ਅਸ। ਇਹ ਗੱਲ ਨਾ ਕਰੋ। ਨਾ 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 ਕਦੇ ਵੀ ਨਹੀਂ। ਨਾਲੇ ਸਰ ਤੁਸੀਂ ਹੌਸਲੇ 'ਚ ਰਹਿਣਾ ਤਾਂ ਤੁਸੀਂ ਥੋੜਾ ਆਈ ਮੀਨ ਤੁਹਾਡੇ ਬਾਰੇ ਤਾਂ 2 ਘੰਟੇ ਲੱਗ ਜਾਣਗੇ। ਅਸੀਂ ਅੱਜ ਉਹ ਮੈਂ ਥੋੜਾ ਕਢਾਇਆ 32 ਪੇजेस ਦੇ, ਕਿੱਥੇ ਕਿੱਥੇ ਲੈਕਚਰਸ ਦਿੱਤੇ, ਕਿੱਥੇ ਕਿੱਥੇ ਤੁਸੀਂ ਪੜ੍ਹੇ, ਹਾਲਾਤ ਕਿੱਥੇ ਕਿੱਥੇ ਗਏ, UK, ਸਿੰਗਾਪੁਰ, ਸਵਿਟਜ਼ਰਲੈਂਡ। ਨਾਲੇ ਸਰ ਗੱਲ ਸੁਣੋ, ਜੋ ਤੁਹਾਡੇ ਹੱਥਾਂ ਦੇ ਵਿੱਚ ਸ਼ਮਤਾ ਹੈ, ਤੁਹਾਨੂੰ ਗਵਰਨਮੈਂਟ ਜੌਬ ਥੋੜੀ, ਤੁਹਾਨੂੰ ਤਾਂ ਇੰਟਰਨੈਸ਼ਨਲੀ ਅਕਲੇਮਡ ਹਸਪੀਟਲਸ, ਇੰਟਰਨੈਸ਼ਨਲੀ ਅਕਲੇਮਡ ਆਪਣੀਆਂ ਯੂਨੀਵਰਸਿਟੀਜ਼ ਵੁੱਡ ਲਵ ਟੂ ਹੈਵ ਯੂ ਵਿਦ them। ਤੇ ਤੁਸੀਂ ਅੱਜ ਸੈਟਰਡੇ ਨੂੰ, ਔਰ ਇਹ ਪਹਿਲਾ ਸੈਟਰਡੇ ਤਾਂ ਹੈ ਨਹੀਂ ਸਰ, ਕਿੰਨੇ ਸਾਲ ਹੋ ਗਏ ਸਰ ਇਹ 22 ਸਾਲ ਹੋ ਗਏ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਜੋ ਹੋਇਆ ਵੈਸੇ ਕਾਫੀ ਅਨਫੋਰਚੂਨੇਟ ਹੈ, ਲੇਕਿਨ ਫਿਰ ਵੀ ਤੁਹਾਡੇ ਵੱਲੋਂ ਕੀ ਤੁਸੀਂ ਕਹਿਣਾ ਚਾਹੋਗੇ? ਆਈ ਐਮ ਪੇਨਡ ਸਰ, ਆਈ ਐਮ ਪੇਨਡ। ਦੁੱਖ ਹੈ ਮੈਨੂੰ ਇਸ ਦਾ। ਹੋਇਆ ਕੀ ਸੀਗਾ, ਮਤਲਬ ਉਹ ਪੂਰਾ ਇਨਸੀਡੈਂਟ ਜੇ ਥੋੜਾ ਜਿਹਾ ਦੱਸ ਸਕੋ, ਹੋਇਆ ਕੀ ਸੀਗਾ? ਨਹੀਂ ਮੇਰੇ ਖਿਆਲ ਆਈ ਥਿੰਕ ਮਿਨਿਸਟਰ ਕੇਮ ਐਂਡ ਹੀ ਵਾਸ ਆਸਕਿੰਗ ਵੀ ਇਹ ਚੀਜ਼ਾਂ ਕਿਉਂ ਹੈ, ਘੱਟ ਕਿਉਂ ਹੈ, ਉਹ ਕਿਉਂ ਹੈ, ਵਿਚ ਉਹਦੀ ਰਿਸਪੌਂਸਿਬਿਲਿਟੀ ਉਹਦੀ ਮੈਡੀਕਲ ਸੁਪਰੀਟੈਂਡੈਂਟ, ਬਟ ਸਟਿਲ ਐਜ਼ ਏ ਹੈਡ ਆਫ ਦੀ ਇੰਸਟੀਟਿਊਸ਼ਨ ਮੈਂ ਨਾਲ ਥਾ। ਉਹ ਕਹਿੰਦੇ ਵੀ ਇਹ ਕਿੱਦਾਂ ਦਾ ਬੈੱਡ, ਕਿੱਦਾਂ ਦਾ ਇਹਦੇ ਮੈਟਰਸ ਕਿੱਦਾਂ ਦੀ ਹੈ। ਮੈਂ ਕਿਹਾ ਜੀ ਮੈਟਰਸ ਕਿ ਪੈਕੇਜ ਇੱਥੇ ਕੋਈ ਪੈ ਸਕਦਾ, ਪਰ ਮੈਂ ਕਿਹਾ ਜੇ ਮੇਰਾ ਮਰੀਜ਼ ਪੈਂਦਾ ਤਾਂ ਮੈਂ ਵੀ ਪੈਕੇਜ ਪੈ ਸਕਦਾ। ਸਰ ਕਿਵੇਂ ਲੱਗਿਆ ਜਦੋਂ ਤੁਹਾਨੂੰ ਸਾਰਾ ਮੀਡੀਆ ਲੋਕਾਂ ਦੇ ਸਾਹਮਣੇ ਕਿਹਾ ਵੀ ਜਾ ਕੇ ਤੇ ਬੈੱਡ ਤੇ ਪੈ ਕੇ ਦਿਖਾਓ, ਤੁਹਾਨੂੰ ਕਿਸ ਤਰ੍ਹਾਂ ਲੱਗਿਆ? ਤੁਹਾਨੂੰ ਲੱਗਿਆ ਨਹੀਂ ਉਹ ਮਹਿਸੂਸ ਨਹੀਂ ਹੋਇਆ ਵੀ ਹਾਂ ਮੈਡੀਕਲ ਫੀਲਡ ਦੇ ਵਿੱਚ ਇਸ ਤਰ੍ਹਾਂ ਦਾ ਕਦੇ ਕੋਈ ਚਾਂਸ ਆਇਆ ਤੁਹਾਡੀ? ਮੈਂ ਸਰ ਮੇਰੇ 44-45 ਸਾਲ ਹੋ ਗਏ ਸਰ, ਔਰ 13 ਬੜੇ ਹਸਪਤਾਲਾਂ 'ਚ ਮੈਂ ਕੰਮ ਕੀਤਾ, ਕਦੀ ਵੀ ਇੱਦਾਂ ਜ਼ਿੰਦਗੀ। ਤੁਸੀਂ ਆ ਡਾਕਟਰ ਸਾਹਿਬ ਨੂੰ ਵੇਖੋ ਖੁਦ, ਉਹ ਤਾਂ ਇੰਨੇ ਸਾਦੇ ਹੈ, VC ਹੋ ਕੇ ਕਿਵੇਂ ਵਿਚਾਰੇ ਲੋਕਾਂ ਦਾ ਆਪਰੇਸ਼ਨ ਇਹਨਾਂ ਉਹਦੇ 'ਚ
ਉਹ ਚੱਪਲ ਉਹੀ, ਕਿਉਂਕਿ ਉਹਨਾਂ ਦਾ ਮਾਣੀ ਸੇਵਾ ਭਾਵਨਾ ਯਾਰ। ਅਸੀਂ ਕਈ ਵਾਰੀ ਇਹਨਾਂ ਨੂੰ ਫੋਨ ਕਰਦੇ, ਇਹਨਾਂ ਨੇ ਉਹ ਸਾਡੀ ਗੱਲ ਨਹੀਂ ਹੋ ਸਕਦੀ ਸੀ, ਅਸੀਂ ਫੋਨ ਤੇ ਗੱਲ ਕਹਿਣੀ, ਇਹਨਾਂ ਨੇ ਕਹਿ ਦੇਣਾ ਕਿ ਇਹ ਹੋਣਾ ਨਹੀਂ। ਜਿਹੜੀ ਗੱਲ ਨਹੀਂ ਹੋ ਸਕਦੀ ਉਹ ਨਹੀਂ ਕਰ ਸਕਦੇ। ਐਥਿਕਸ ਦੇ ਨਾਲ ਤਾਂ ਰਾਜ ਬਹਾਦਰ ਜੀ ਨੇ ਕਦੇ ਸਮਝੌਤਾ ਹੀ ਨਹੀਂ ਕੀਤਾ। ਤੇ ਜਿੱਥੇ ਪੇਸ਼ੈਂਟ ਦੀ ਗੱਲ ਹੈ, ਆਮ ਵਿਅਕਤੀ ਦੀ ਗੱਲ ਹੈ, ਇਹਨਾਂ ਨੇ ਆਪਦੀ ਜਾਨ ਦੀ ਪਰਵਾਹ ਹੀ ਨਹੀਂ ਕੀਤੀ। ਅੱਜ ਜਿਹੜਾ ਉਹ 50,000 ਕੋਵਿਡ ਦੇ ਮਰੀਜ਼ਾਂ ਦੀ ਟੈਸਟਿੰਗ ਹੁੰਦੀ ਸੀ, ਉਹ ਜਸਟ ਬਿਕੋਜ਼ ਆਫ ਰਾਜ ਬਹਾਦਰ ਜੀ ਕਰਕੇ ਹੁੰਦੀ ਸੀ। ਔਰ ਹਜ਼ਾਰਾਂ ਲੋਕਾਂ ਨੇ ਫੋਟੋਆਂ ਲਾਈਆਂ ਵੀ ਹੈ। ਬਾਬੇ ਨਾਨਕ ਦੀ ਫੋਟੋ, ਮੈਂ ਨਹੀਂ ਕਹਿੰਦਾ ਸਾਰੀ ਦੁਨੀਆ ਬਾਬੇ ਨਾਨਕ ਨੂੰ ਮੰਨਦੀ ਹੈ, ਪਰ ਇੱਕ ਬਾਬੇ ਨਾਨਕ ਦੇ ਰੂਪ ਦੇ ਵਿੱਚ ਡਾਕਟਰ ਸਾਹਿਬਾਨ ਹੁੰਦੇ ਨੇ। ਰਾਜ ਬਹਾਦਰ ਜੀ ਉਹਨਾਂ ਨੇ ਕਦੇ ਪਰਵਾਹ ਨਹੀਂ ਕੀਤੀ। ਔਰ ਗਰੀਬ ਗੁਰਬਾਮ, ਮੈਂ ਸਮਝਦਾ ਯਾਰ ਬੈੱਡ ਵਾਲੀ ਤਾਂ ਗੱਲ ਹੀ ਨਹੀਂ ਸੀ। ਪਹਿਲਾ ਐਕਸੀਡੈਂਟ ਨਹੀਂ, ਪਹਿਲਾਂ ਵੀ ਕਈ ਹਸਪਤਾਲਾਂ ਸੋ ਇਹ ਮੈਂ ਸਮਝਦਾ ਕਿ ਇਦਾਂ ਇਹ ਡਿਊਟੀ, ਇਹ ਇਹਨਾਂ ਦੀ ਡਿਊਟੀ ਨਹੀਂ ਹੈ। ਸਰਕਾਰ ਇਨਫਰਾਸਟ੍ਰਕਚਰ ਦੇਵੇ। ਕੱਲ ਨੂੰ ਤਾਂ ਸਾਰੇ ਡਾਕਟਰਸ, ਮੈਂ ਤਾਂ ਮੰਜਿਆਂ ਦੇ ਥੱਲੇ ਇੱਟਾਂ ਲੱਗੀਆਂ ਵੇਖੀਆਂ ਹਸਪਤਾਲਾਂ ਦੇ ਵਿੱਚ। ਸਰਕਾਰ ਉਹਨਾਂ ਨੂੰ ਬਦਲੇ, ਫਿਰ ਕੱਲ ਨੂੰ ਤਾਂ ਇਹ ਕਿਸੇ ਹੋਰ ਡਾਕਟਰ ਨੂੰ ਜਾ ਕੇ ਇਦਾਂ ਕਰਨਗੇ। ਹਾਂ, ਅੰਦਰ ਬੈਠ ਕੇ ਗੱਲ ਕਰ ਲੈਂਦੇ, ਫਿਰ ਬਾਪ ਸਮਾਨ ਹੈ ਯਾਰ। ਰਾਜਾ ਵੜਿੰਗ ਕੱਲ ਨੂੰ ਹੈਲਥ ਮਿਨਿਸਟਰ ਬਣ ਜੇ ਤਾਂ ਵੀਸੀ ਰਾਜ ਬਹਾਦਰ ਨੂੰ ਕਵੇ ਕਿ ਇਧਰ ਆਓ ਬਈ, ਉਹ ਗੱਲ ਨਹੀਂ ਬਣਦੀ ਮੇਰੀ। ਮੈਂ ਕਿਸੇ ਨੂੰ ਜੋੜੇ ਮਾਜਰਾ ਸਭ ਨੂੰ ਕੁਛ ਨਹੀਂ, ਮੈਂ ਉਹਨੂੰ ਕਹਿੰਦਾ ਕਿ ਯਾਰ ਵੱਡਾਪਣ ਵਿਖਾਓ, ਮਾਫੀ ਮੰਗ ਲੈਣੀ ਚਾਹੀਦੀ ਹੈ। ਮੈਂ ਵੈਸੇ ਬੀਇੰਗ ਏ ਲੀਡਰ, ਮੈਂ ਹਮੇਸ਼ਾ ਡਾਕਟਰ ਸਾਹਿਬ ਨਾਲ ਹੱਥ ਮਿਲਾਉਂਦਾ ਰਿਹਾ। ਅੱਜ ਮੈਂ ਉਹ ਪੈਰੀਂ ਹੱਥ ਲਾ ਕੇ ਇਸ ਕਰਕੇ ਸਤਿਕਾਰ ਕੀਤਾ ਹੈ ਕਿ ਯਾਰ ਇਹ ਸਾਡੇ ਬਾਪ ਬਰਾਬਰ ਨੇ। ਇਹਨਾਂ ਨੂੰ ਪਿਆਰ ਦੇਣਾ ਔਰ ਇਹਨਾਂ ਦੀ ਇੱਜ਼ਤ ਵਧਾਉਣਾ ਤਮਾਮ ਪੋਲੀਟੀਸ਼ੀਅਨਸ ਦਾ ਕੰਮ ਹੈ। ਹਸਪਤਾਲ ਖਾਲੀ ਪਏ ਨੇ, ਕਿਉਂ ਨਹੀਂ ਡਾਕਟਰਸ ਆਉਂਦੇ? ਕੋਈ ਨਹੀਂ ਆਏਗਾ ਇੱਦਾਂ, ਕੋਈ ਨਹੀਂ ਆਏਗਾ। ਜਿੰਨੇ ਮਰਜ਼ੀ ਤੁਸੀਂ ਸੁਵਿਧਾ, ਹਾਂ ਕਿਸੇ ਨੇ, ਹਾਂ 3 ਲੋਕਾਂ ਨੇ ਅਸਤੀਫਾ। ਇੰਨਾ ਪਿਆਰ ਲੋਕਾਂ 'ਚ ਵੇਖਣ ਨੂੰ ਮਿਲਿਆ। ਮੈਂ ਤਾਂ ਜਿੱਥੇ ਉਹ ਆਪਦੇ ਫੇਸਬੁੱਕ ਤੇ ਲਾਈਵ ਕੀਤਾ, ਉਹਨਾਂ ਨੇ ਕਿਹਾ ਡਾਕਟਰ ਸਾਹਿਬ ਨੂੰ ਜਾ ਕੇ ਮਿਲ ਕੇ ਆਓ। ਸੋ ਇਸ ਕਰਕੇ ਅਸੀਂ ਡਾਕਟਰ ਸਾਹਿਬ ਨੂੰ ਕਹਿਣ ਆਏ ਹਾਂ ਕਿ ਸਾਡੇ ਵਰਗੇ ਬਥੇਰੇ ਲੋਕ ਹੈ ਜਿਹੜੇ ਤੁਹਾਨੂੰ ਪਿਆਰ ਕਰਦੇ ਆ, ਤੁਹਾਡੇ ਬੱਚੇ ਆ, ਅਸੀਂ ਮਾਫੀ ਚਾਹੁੰਦੇ ਹਾਂ। ਮੈਂ ਹੱਥ ਜੋੜ ਕੇ ਡਾਕਟਰ ਸਾਹਿਬ ਵੱਲੋਂ ਡਾਕਟਰ ਸਾਹਿਬ ਤੋਂ ਮਾਫੀ ਮੰਗਦਾ ਇਸ ਗੱਲ ਦੀ ਕਿ ਅਸੀਂ ਤੁਹਾਡੀ ਮੈਂ ਸਮਝਦਾ ਕਿ ਸ਼ਾਨ ਦੇ ਵਿੱਚ, ਤੁਹਾਡੇ ਮਾਣ ਸਨਮਾਨ ਦੇ ਵਿੱਚ ਸਾਡੇ ਚਿੱਟੇ ਕੁੜਤੇ ਪਜਾਮੇ ਵਾਲਿਆਂ ਤੋਂ ਵੱਲੋਂ ਕਮੀ ਆਈ ਹੈ। ਅਸੀਂ ਇਸ ਗੱਲ ਦੀ ਮਾਫੀ ਮੰਗਦੇ ਹਾਂ। ਡਾਕਟਰ ਸਾਹਿਬ ਵੀ ਖੁਦ ਇਮੋਸ਼ਨਲ ਹੋਏ, ਖੁਦ ਉਹਨਾਂ ਦੇ ਅੱਖਾਂ 'ਚ ਉਹ ਕੋਈ ਗੱਲ ਨਹੀਂ। ਫਿਰ ਬੰਦਾ ਜਿਹੜਾ ਭਾਵਕ ਹੁੰਦਾ ਨਾ, ਜਿਹੜੇ ਬੰਦੇ 'ਚ ਇਮੋਸ਼ਨ ਹੀ ਨਹੀਂ, ਉਹ ਬੰਦਾ ਹੀ ਨਹੀਂ ਹੈ। ਬੰਦੇ ਨੂੰ ਇਹ ਲੱਗਦਾ ਕਿ ਮੈਂ 73 ਸਾਲਾਂ 'ਚ ਸੈਟਰਡੇ ਨੂੰ, ਅੱਜ ਕੱਲ੍ਹ ਮੁੰਡਿਆਂ ਨੂੰ ਪੁੱਛਦੀ ਨਾ ਕਿੱਥੇ ਚੱਲੇ ਹੋ, ਕਹਿੰਦੇ ਕਲੱਬ ਚੱਲੇ ਆ। ਨੌਜਵਾਨ ਮੁੰਡਾ 27-28 ਸਾਲ ਦਾ, ਕਿੱਥੇ ਚੱਲੇ ਹੋ? ਅੱਜ ਮੈਂ ਦੋਸਤਾਂ ਨਾਲ ਪਾਰਟੀ ਤੇ ਚੱਲਿਆ। ਮੇਰਾ ਮੁੰਡਾ ਹਜੇ 12 ਸਾਲ ਦਾ, ਉਹ ਕਹਿੰਦਾ ਅੱਜ ਮੈਂ ਟੀਵੀ ਵੇਖਣਾ ਹੈ, ਸੈਟਰਡੇ ਹੈ ਪਾਪਾ, ਮੈਨੂੰ ਪੜ੍ਹਨ ਵਾਸਤੇ ਨਾ ਕਹੀਂ। 73-71 ਸਾਲਾਂ ਦੀ ਉਮਰ 'ਚ ਅੱਜ ਆਹ ਲੋਕਾਂ ਦਾ ਇਲਾਜ ਕਰ ਰਿਹਾ ਬੰਦਾ। ਇੰਨੀ ਇਸ ਤੋਂ ਬਾਅਦ ਵੀ ਆ ਖੜਾ ਬੰਦਾ, ਫਿਰ ਵੀ ਉਹ ਜਜ਼ਬਾ ਹੈ। ਇਹੋ ਜਿਹੇ ਜਜ਼ਬਾ ਸਾਨੂੰ, ਇਹ ਸਾਡੇ ਰੋਲ ਮਾਡਲ ਹੈ। ਸਾਨੂੰ ਇਹਨਾਂ ਤੋਂ ਸਿੱਖਣ ਦੀ ਲੋੜ ਹੈ ਤਮਾਮ ਨੂੰ। ਕਈਆਂ ਨੇ ਕਈਆਂ ਨੇ 2-4 ਨੇ ਕਿਹਾ ਵੀ ਵਾਹ ਵੀ ਜੋੜੇ ਮਾਜਰਾ ਸਾਹਿਬ। ਕਿਸੇ ਨੂੰ ਇਦਾਂ ਹੰਕਾਰ ਕਰਨਾ, ਇਦਾਂ ਕਰਨਾ, ਇਹ ਕੋਈ ਚੰਗੀ ਗੱਲ ਨਹੀਂ ਹੈ। ਐਸੋਸੀਏਸ਼ਨ ਮੈਂ ਕਿਹਾ ਪੂਰਾ ਪੰਜਾਬ ਕਰ ਰਿਹਾ ਯਾਰ, ਹਰ ਵਿਅਕਤੀ ਕਰ ਰਿਹਾ, ਹਰ ਬੰਦਾ ਕਰ ਰਿਹਾ, ਹਰ ਇਨਸਾਨ ਕਰ ਰਿਹਾ। ਹਜੇ ਤਾਂ ਤੁਸੀਂ ਦੇਖਿਓ ਇਹਦਾ ਰਿਐਕਸ਼ਨ। ਜਿਹੜੇ ਲੋਕ ਸਾਥੋਂ ਹਜੇ ਕਿਤੇ ਨਾ ਕਿਤੇ ਨਫ਼ਰਤ ਕਰਦੇ ਨੇ, ਇਹਨਾਂ ਲੋਕਾਂ ਨੂੰ ਪਿਆਰ ਕਰਦੇ ਨੇ, ਕਿਉਂਕਿ ਇਹਨਾਂ ਲੋਕਾਂ ਨੇ ਸੇਵਾ ਕੀਤੀ ਹੈ। ਕੋਵਿਡ ਦੇ ਵਿੱਚ ਇੱਕ ਪੋਲੀਟੀਸ਼ੀਅਨ, ਸਾਡੇ ਵਰਗੇ ਬੰਦੇ ਘਰਾਂ 'ਚ ਵੜ ਗਏ। ਇਹੀ ਜੋੜੇ ਮਾਜਰੇ ਸਾਹਿਬ ਵਰਗੇ ਹੋਰ ਵਿਅਕਤੀ ਆਪਦੇ ਘਰਾਂ 'ਚ ਵੜ ਗਏ ਕਿਉਂਕਿ ਮੌਤ ਦਾ ਡਰ ਸਤਾ ਰਿਹਾ ਸੀ। ਕਈ ਡਾਕਟਰਾਂ ਦੀਆਂ ਜਾਨਾਂ ਚਲੀਆਂ ਗਈਆਂ। ਰਾਜ ਬਹਾਦਰ ਕਿਹਨੇ ਪੁੱਛਣਾ ਸੀ ਕਿਸੇ ਨੂੰ? ਸੋ ਪਲੀਜ਼ ਮੇਰੀ ਬੇਨਤੀ ਹੈ ਸਰਕਾਰ ਨੂੰ, ਔਰ ਮਾਨ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਉਹਨਾਂ ਨੂੰ ਵੀ ਸਮਝਾਓ ਔਰ ਹੈਲਥ ਮਿਨਿਸਟਰ ਅੱਗੇ ਆ ਕੇ ਵੱਡਾਪਣ ਵਿਖਾ ਕੇ ਮਾਫੀ ਮੰਗੇ ਕਿ ਮੇਰੇ ਤੋਂ ਗਲਤੀ ਹੋ ਗਈ, ਮੇਰੇ ਤੋਂ ਗਲਤੀ ਹੋ ਗਈ। ਗੱਲਬਾਤ ਕਰਾਂਗੇ। ਰਾਜੀ, ਤੁਹਾਡੇ ਨਾਲ ਇੱਕ ਵਾਰ ਗੱਲਬਾਤ ਕਰਨੀ ਚਾਹਾਂਗੇ ਕਿ ਹੋਇਆ ਕੀ ਸੀਗਾ? ਮੈਂ ਦੱਸਿਆ ਤੁਹਾਨੂੰ ਵੀ ਉਹ ਇਨਸਪੈਕਸ਼ਨ ਨੂੰ ਆਏ ਤੇ ਥੋੜਾ ਇਹ ਤਾਂ ਚੱਲੀ ਜਾਣਾ ਹੈ। ਤੁਹਾਡਾ ਪੁੱਤਰ, ਅਸੀਂ ਤੁਹਾਡਾ, ਇਧਰ ਆਓ ਜੀਪੀ ਜੀ, ਆਓ ਮੋਹਿਤ ਮਹਿੰਦਰਾ। ਤਾਂ ਇਹ ਤਸਵੀਰਾਂ ਨੇ, ਰਾਜਾ ਵੜਿੰਗ ਹੋਣੀ ਮੁਲਾਕਾਤ ਕਰਨ ਪਹੁੰਚੇ ਨੇ। ਔਰ ਸੋ ਬਈ ਮੀਡੀਆ ਵਾਲਿਓ, ਇਹ ਸਾਡਾ ਰੋਲ ਮਾਡਲ ਹੈ, ਸਾਡੇ ਪਿਓ ਦੇ ਸਮਾਨ ਹੈ। ਔਰ ਇਹਨਾਂ ਲੋਕਾਂ ਦੀ ਸੇਵਾ ਦੇ ਕਰਕੇ ਅੱਜ ਪੰਜਾਬ ਬਚਿਆ ਹੋਇਆ ਹੈ। ਸਾਡੀ ਸੇਵਾ ਕਰਕੇ ਨਹੀਂ, ਇਹਨਾਂ ਲੋਕਾਂ ਦੀ ਸੇਵਾ ਕਰਕੇ ਬਚਿਆ। ਬਸ ਇਹੀ, ਇਸ ਕਰਕੇ ਇਹਨਾਂ ਦਾ ਸਤਿਕਾਰ ਵਜੋਂ। ਚੰਗਾ ਡਾਕਟਰ ਸਾਹਿਬ, ਥੈਂਕ ਯੂ। ਰਾਜੀ, ਕੱਲ ਬਾਰੇ ਇੱਕ ਵਾਰ ਪੁੱਛਣਾ ਚਾਹੁੰਦਾ, ਹੋਇਆ ਕੀ ਸੀਗਾ? ਤੁਸੀਂ ਕਹਿ ਰਹੇ ਹੋ ਅੱਖਾਂ ਤੁਹਾਡੀਆਂ ਭਰੀਆਂ ਹੋਈਆਂ। ਦੁੱਖ ਹੈ ਵੀ ਇਹਨਾਂ ਨਹੀਂ ਕਰਨਾ ਚਾਹੀਦਾ था। ਹੋਇਆ ਕੀ ਸੀਗਾ ਜੀ ਕੱਲ? नहीं वही अननेसेसरी टाइट में भी क्यों है, मैट्रेस क्यों ख़राब है, एसी क्यों ख़राब है, फर्नीचर क्यों ख़राब है। ਤੁਹਾਡਾ ਇੰਨਾ ਲੰਬਾ ਤਜਰਬਾ ਹੈ, ਤੁਹਾਡੀ ਪ੍ਰੋਫਾਈਲ ਮੈਂ ਦੇਖੀ USA UK, ਇੰਨਾ ਲੰਬਾ ਤਜਰਬਾ ਹੈ, ਦੁੱਖ ਲੱਗਦਾ ਹੈ, ਤੁਸੀਂ ਹੁਣ ਵੀ ਰੋ ਰਹੇ ਹੋ। चलो इमोशनल है, वैसे कोई गल नहीं। आई एम फाइन। मैं मरीज देख रहा, ऑपरेट कर रहा, मैं एक ऑपरेशन कर चुके ही करना। मैं ਰੈਜ਼ਿਗਨੇਸ਼ਨ ਤੁਸੀਂ ਦਿੱਤਾ, ਕਿਆ ਵਾਪਸ ਲਓਗੇ ਜੇ ਮਾਫੀ ਮੰਗਣ ਮੰਤਰੀ?
ਨਹੀਂ ਮੈਂ ਸੀਐਮ ਨੂੰ ਸਿਰਫ ਦੱਸਿਆ, ਸੀਐਮ ਨੂੰ ਕਿਹਾ, ਮੈਂ ਕਿਹਾ ਵੀ ਇਦਾਂ ਦੀ ਗੱਲ ਹੈ, ਬਾਕੀ ਹੋਰ ਕੁਝ ਨਹੀਂ ਕਿਹਾ। ਉਹਨਾਂ ਨੇ ਕੀ ਕਿਹਾ, ਸੀਐਮ ਨੇ ਕੀ ਕਿਹਾ? ਸੀਐਮ ਨੇ ਅਪੋਲੋਜਾਈਜ਼ ਕੀਤਾ ਸੀਐਮ ਨੇ ਮਾਫੀ ਮੰਗੀ ਹੈ ਤੇ ਤੁਸੀਂ ਹੁਣ ਕੀ ਸੋਚਿਆ ਹੈ ਕਿ ਕਿਆ ਕਿਆ ਉਹਨੂੰ ਲਿਖ ਕੇ ਦਿੱਤਾ, ਮੈਂ ਕਿਹਾ ਜੀ ਇਦਾਂ ਦਾ ਵਾਤਾਵਰਨ ਠੀਕ ਨਹੀਂ ਹੈ, ਮੈਂ ਕਿਹਾ ਕੰਮ ਕਰਨੇ ਵਾਸਤੇ ਤਾਂ ਵਾਤਾਵਰਨ ਠੀਕ ਨਹੀਂ ਹੈ। ਮੰਤਰੀ ਸਾਹਿਬ ਨੂੰ ਕੀ ਕਹਿਣਾ ਚਾਹੋਗੇ ਜੋ ਕੱਲ ਦਾ ਉਹਦਾ ਵਤੀਰਾ ਸਾਹਿਬ, ਕਿਉਂਕਿ ਤੁਹਾਡੇ ਨਾਲ ਹਰ ਕੋਈ ਖੜ ਰਿਹਾ, ਐਸੋਸੀਏਸ਼ਨਸ ਖੜ ਰਹੀਆਂ, ਲੀਡਰਸ ਖੜ ਰਹੇ ਨੇ। ਨਹੀਂ, ਮੰਤਰੀਆਂ ਨੂੰ ਤਾਂ ਸਪੋਰਟ ਕਰਨੀ ਚਾਹੀਦੀ ਹੈਲਥ ਸਿਸਟਮ ਨੂੰ ਇੰਪਰੂਵ ਕਰਨ ਵਾਸਤੇ। ਜੋ ਕੁਝ ਅਸੀਂ ਸਲਾਹ ਦੇਵਾਂਗੇ, ਜੋ ਕੁਝ ਕਹਿਣਗੇ, ਉਹ ਉਹਨਾਂ ਨੂੰ ਮਦਦ ਕਰਨਾ ਚਾਹੀਦੀ ਸਾਡੀ। ਕੱਲ ਜ਼ਿੰਮੇਵਾਰੀ ਕਿਸ ਦੀ ਬਣੀ? ਤੁਸੀਂ ਕਿਹਾ ਸੁਪਰੀਡੈਂਟ ਦੀ ਜ਼ਿੰਮੇਵਾਰੀ ਬਣੀ। ਜਿਹੜੀ ਹਸਪੀਟਲ ਦੀ ਪ੍ਰੋਕਿਉਰਮੈਂਟ ਹੁੰਦੀ, ਮੈਂ ਤਾਂ ਅਪਰੂਵ ਕਰਨੀ ਹੈ ਚੀਜ਼ਾਂ, ਮੈਨੂੰ ਕਹਿਣ